महाराज सच्चे पातशाह जी की किरपा नाल आपां सारा परिवार संगत रूप विच बैठ के निरंकार परमात्मा का सिमरन कर रहे सी, अभ्यास कर रहे सी, गुर मंत्र नूं दृढ़ कर रहे सी। इस वास्ते जरूरी हो जाता है क्योंकि संसार दे विच होर जिन्ने भी मार्ग ने, होर जिन्ने भी साधन ने, सिमरन तो बगैर वो संपूर्ण तौर पर परमात्मा दे नाल मन नूं नहीं जोड़ते। चाहे वो किस तरह की भी क्रिया होवे, जो सिमरन है, सिमरन के द्वारा ही जो साडा मन है ये परमात्मा दे नाल, निरंकार दे नाल एकमिक हो सकता है। इस करके जिहड़े गुरमुख ने उन्होंने सानू इस बारे समझाया है और वख-वख गुरमुखां ने जदों उस निरंकार परमात्मा ने अपनी सुरत नूं जोड़िया तो उन्होंने उस सिमरन के रस्ते नूं ही तरजीह दी है। जदों असीं बाणी पढ़ते हाँ तो बाणी विच महाराज फरमाउंदे ने, नाम बिना अवर किरिया सब बिरथे, जाप ताप संयम कर्म कमाने ये सब उरै मूसै। सिमरन तो बगैर हो जिन्ने भी साधन ने इत्थे जीव लुटिया ही जाता है। इस करके गुरु नानक दे करने परमात्मा दे मिलाप का जो मार्ग वो सिमरन दस्या है, जो आपां सिमरन कर रहे सी। जिवें जिवें असीं सिमरन करते हाँ ये जो अपना मन है ये हौली हौली इस माया के घेरे नूं, जिसनों गुरबाणी दे विच बंधन कह दिता है, भवसागर कह दिता है, इन्हां नूं छड्डना शुरू कर दिंदा है। ये बंधन टुटन लग जाते हैं ते जदों ये बंधन टुटदे इहो ही मन फिर जिस मार्ग ते चलदा है उस नूं लिभदा मार्ग, धर्म का रस्ता गुरबाणी ने कहा है। धर्म के मार्ग ते जिहड़े मन चलते ने उन्होंने फिर संत कह दिता है। तो जिस हुण तुसीं सारे बैठे हो तो सारे ही संत हो। मारे सच्चे पातशाह सानू समझाउंदे ने, जिन्ना सास ग्रास न विसरै, हर नामा मन मंत, धन से सही नानका पूर्ण सोई संत। जदों असी सास गिरा सिमरन करते हुए सुरत नूं लिभदे मार्ग ते तुरदे हाँ तो उस वक्त साडे मन नूं परमात्मा खुशी दे विच संत कहंदा है। ये मेरा बच्चा संत है। तो संत का के मार्ग हुंदा है, ये हुण नाल नाल अपनी जिम्मेवारी समझनी है सारे ने। संत का मार्ग धर्म की पौड़ी। हुण उन्होंने आपां नूं संत कहा है
ਤੇ ਸੰਤ ਦਾ ਮਾਰਗ ਹੈ ਧਰਮ ਦਾ ਮਾਰਗ, ਧਰਮ ਦਾ ਰਸਤਾ। ਧਰਮ ਦਾ ਰਸਤਾ ਉਦੋਂ ਪ੍ਰਗਟ ਹੁੰਦਾ ਹੈ ਮਨ ਦੀ ਲਿਵ ਜਦੋਂ ਨਾਮ ਦੇ ਨਾਲ ਜੁੜਦੀ ਹੈ। ਉਸ ਵਕਤ ਇਸ ਮਨ ਨੂੰ ਸੰਤ ਕਹਿ ਦਿੱਤਾ ਹੈ, ਧਰਮ ਦੇ ਮਾਰਗ 'ਤੇ ਚੱਲਦਾ ਹੈ ਔਰ ਨਾਮ ਦੇ ਨਾਲ ਜੁੜਿਆ ਹੋਇਆ ਹੈ। ਉਸ ਨੇ ਨਾਮ ਦੇ ਨਾਲ ਪਿਆਰ ਪਾ ਲਿਆ ਹੈ, ਉਸ ਨੇ ਨਾਮ ਨੂੰ ਮੰਨ ਲਿਆ ਹੈ। ਤੇ ਜਿਸ ਨੇ ਨਾਮ ਨੂੰ ਮੰਨ ਲਿਆ, ਉਹ ਨਾਮ ਜਿਹੜਾ ਗੁਪਤ ਹੈ ਅੰਦਰ, ਤੇ ਉਹ ਮਾਰਗ 'ਤੇ ਚੱਲਦਾ ਹੈ, ਉਸ ਨੂੰ ਕਹਿੰਦੇ ਨੇ ਧਰਮ ਦਾ ਮਾਰਗ। ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਜਿਸ ਦੀ ਲਿਵ ਅੰਦਰੋਂ ਜੁੜ ਗਈ। ਹੁਣ ਜਿਸ ਤਰ੍ਹਾਂ ਆਪਾਂ ਸਿਮਰਨ ਕਰ ਰਹੇ ਸੀ, ਆਹ ਮਨ ਇੱਥੇ ਜੁੜ ਰਿਹਾ। ਜਿਵੇਂ ਜਿਵੇਂ ਮਨ ਸਹਿਜ ਵਿੱਚ ਜਾ ਕੇ ਸ਼ਬਦ ਦੇ ਨਾਲ ਜੁੜਦਾ ਜਾਏਗਾ, ਆਹ ਜਿਹੜਾ ਜਮਾਂ ਦਾ ਰਸਤਾ ਹੈ, ਧਾਤ ਦਾ ਰਸਤਾ ਹੈ, ਇਹਨੂੰ ਛੱਡਦਾ ਜਾਏਗਾ। ਤੇ ਜਿਹੜਾ ਜਮਾਂ ਦੇ ਮਾਰਗ ਨੂੰ ਛੱਡ ਗਿਆ, ਇਸ ਰਸਤੇ ਚੱਲ ਪਿਆ, ਉਹਦੇ ਬਾਰੇ ਪਾਤਸ਼ਾਹ ਕਹਿੰਦੇ ਨੇ, ਮੰਨੈ ਮਾਰਗ ਠਾਕ ਨਾ ਪਾਏ। ਹੁਣ ਜਿਸ ਨੇ ਉਸ ਨਾਮ ਨੂੰ ਮੰਨ ਲਿਆ, ਉਹ ਜਿਹੜੇ ਰਸਤੇ 'ਤੇ ਚੱਲ ਰਿਹਾ ਹੈ, ਉਹਦੀ ਕੀ ਅਵਸਥਾ ਹੈ? ਮੰਨੈ ਮਗ੍ਨ ਨ ਚੱਲੈ, ਜਮਾਂ ਦੇ ਮੱਗ 'ਤੇ ਉਹ ਨਹੀਂ ਚੱਲਦਾ। ਮੰਨੈ ਧਰਮ ਸੇਤੀ ਸੰਬੰਧ, ਮੰਨੈ ਮਗ੍ਨ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਐਸਾ ਨਾਮ, ਆ ਜਿਸ ਨਾਮ ਦੀ ਆਪਾਂ ਗੱਲ ਕਰ ਰਹੇ ਹਾਂ, ਐਸਾ ਨਾਮ ਨਿਰੰਜਨ ਹੋਏ। ਉਹ ਨਾਮ ਜੋ ਨਿਰੰਜਨ ਦੇ ਵਿੱਚੋਂ ਪੈਦਾ ਹੋ ਰਿਹਾ ਹੈ, ਜੋ ਨਿਰੰਜਨ ਦੇ ਮੁਖ ਦੀ ਆਵਾਜ਼ ਹੈ। ਨਿਰੰਜਨ ਉਸ ਨੂੰ ਕਹਿੰਦੇ ਜਿਹੜਾ ਮਾਇਆ ਤੋਂ ਰਹਿਤ ਹੈ, ਨਿਰਾਕਾਰ ਪਰਮਾਤਮਾ। ਨਿਰੰਜਨ ਦੇ ਮੁਖ ਦੇ ਵਿੱਚੋਂ ਪ੍ਰਗਟ ਹੋ ਰਹੀ ਜਿਹੜੀ ਆਵਾਜ਼ ਹੈ, ਜੋ ਨਾਮ ਹੈ, ਜਿਹਦਾ ਪਿਆਰ ਉਹਦੇ ਨਾਲ ਪੈ ਗਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੰਨੇ ਪਤ ਸਿਉ ਪ੍ਰਗਟ ਜਾਏ। ਉਹ ਫਿਰ ਪ੍ਰਗਟ ਹੋ ਜਾਂਦਾ ਹੈ, ਦਰਗਾਹ ਦੇ ਵਿੱਚ ਉਹਦੀ ਸ਼ੋਭਾ ਹੋਣੀ ਸ਼ੁਰੂ ਹੋ ਜਾਂਦੀ ਹੈ। ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਦੱਸਦੇ ਨੇ ਕਿ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਜਿਸ ਨੇ ਉਸ ਨਾਮ ਨੂੰ ਮੰਨ ਲਿਆ, ਨਾਮ ਦੇ ਨਾਲ ਜੁੜ ਗਿਆ, ਉਹ ਇਸ ਰਸਤੇ ਚੱਲ ਪਿਆ। ਇਹ ਰਸਤੇ 'ਤੇ ਹੁਣ ਆਪਾਂ ਚੱਲ ਰਹੇ ਹਾਂ ਸਾਰੇ। ਕੋਸ਼ਿਸ਼ ਕਰਨੀ ਹੈ, ਆਓ ਨਾਲ ਨਾਲ ਥੋੜ੍ਹਾ ਅਭਿਆਸ ਵੀ ਕਰਦੇ ਜਾਈਏ। ਜਿਨ੍ਹਾਂ ਨੂੰ ਇਹ ਸ਼ਬਦ ਸੁਣਾਈ ਦੇ ਰਿਹਾ ਹੈ, ਉਹਨਾਂ ਨੇ ਹੁਣ ਆਪਣਾ ਧਿਆਨ ਜਿੱਥੇ ਇਹ ਸ਼ਬਦ ਸਮਾ ਰਿਹਾ ਹੈ, ਉਸ ਅਵਸਥਾ ਵਿੱਚ ਨਾਲ ਨਾਲ ਲਈ ਜਾਣਾ ਹੈ। ਔਰ ਜਿਨ੍ਹਾਂ ਨੂੰ ਹਾਲੇ ਸ਼ਬਦ ਨਹੀਂ ਪ੍ਰਗਟ ਹੋ ਰਿਹਾ, ਉਹਨਾਂ ਨੇ ਦਰ ਦੇ ਉੱਪਰ ਧਿਆਨ ਲਾਉਣਾ ਹੈ। ਆਓ ਸਾਰੇ ਜਣੇ ਆਪਾਂ ਨਾਲ ਨਾਲ ਆਪੋ ਆਪਣੇ ਮਨ ਦੀ ਅਵਸਥਾ ਦੁਆਰਾ ਇਹ ਜੋ ਅਭਿਆਸ ਹੈ, ਪ੍ਰੈਕਟੀਕਲ ਹੈ, ਇਸ ਨੂੰ ਵੀ ਨਾਲ ਨਾਲ ਕਰਦੇ ਜਾਈਏ। ਬਿਲਕੁਲ ਇਹ ਸਰੀਰ ਨੂੰ ਰਿਲੈਕਸ ਕਰ ਦੇਣਾ ਹੈ। ਸਹਿਜ ਸੁਭਾਅ ਬੋਲਣਾ ਔਰ ਸੁਣਨਾ। ਜਦੋਂ ਸ਼ਬਦ ਤੇਜ਼ ਹੋ ਜਾਂਦਾ ਹੈ, ਧਿਆਨ ਗਗਨ ਦੇ ਵਿੱਚ ਲਈ ਜਾਣਾ। ਆਓ ਸਾਰੇ ਨਾਲ ਨਾਲ ਆਪਾਂ ਸ਼ੁਰੂ ਕਰੀਏ। ਕਰੋ ਕਿਰਪਾ। ਵਾਹਿਗੁਰੂ ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ। ਇਸ ਨਾਮ ਦੇ ਨਾਲ ਆਪਾਂ ਸਾਰਿਆਂ ਨੇ ਪਿਆਰ ਪਾਉਣਾ ਹੈ, ਆਪਣੀ ਲਿਵ ਨੂੰ, ਧਿਆਨ ਨੂੰ ਜੋੜਨਾ ਹੈ। ਨਾਲ ਹੁਣ ਪਾਤਸ਼ਾਹ ਸਮਝਾਉਂਦੇ ਨੇ ਕਿ ਦੂਸਰੇ ਪਾਸੇ ਕਈ ਐਸੇ ਮਨ ਵੀ ਨੇ ਜਿਨ੍ਹਾਂ ਨੂੰ ਇਸ ਨਾਮ ਦਾ ਪਤਾ ਹੀ ਨਹੀਂ ਹੈ। ਹੁਣ ਜਦੋਂ ਤੁਸੀਂ ਸੰਸਾਰ ਵਿੱਚ ਜਾਓਗੇ ਤੁਹਾਨੂੰ ਕਿਹੋ ਜਿਹੇ ਜੀਵ ਮਿਲਣਗੇ ਜਿਨ੍ਹਾਂ ਨੂੰ ਨਾਮ ਦਾ ਭੇਦ ਨਹੀਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਜਿਨ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਹੁਣ ਜਿਨ੍ਹਾਂ ਦਾ ਪਿਆਰ ਇਸ ਰਾਮ ਨਾਮ ਦੇ ਨਾਲ, ਇਸ ਹਰ ਨਾਮ ਦੇ ਨਾਲ ਨਹੀਂ ਪਿਆ, ਤੇ ਪਾਤਸ਼ਾਹ ਕਹਿੰਦੇ ਨੇ ਉਸ ਸੰਸਾਰ ਵਿੱਚ ਉਹਨਾਂ ਦਾ ਆਉਣਾ ਵੀ ਵਿਅਰਥ ਹੈ। ਉਹ ਕੀ ਕਰਨ ਵਾਸਤੇ ਆਏ ਨੇ? ਆਏ ਤਾਂ ਇੱਥੇ ਸੀ, ਅੱਜ ਉਹ ਮਾਇਆ ਦਾ ਘਰ ਹੈ ਜਿੱਥੇ ਖੇਲ ਚੱਲ ਰਿਹਾ ਹੈ। ਇਹ ਸਾਨੂੰ ਮੌਕਾ ਮਿਲਿਆ, ਵਾਰੀ ਮਿਲੀ ਸੀ ਕਿ ਅਸੀਂ ਇੱਥੇ ਆ ਕੇ ਗੁਰੂ ਦੀ ਸ਼ਰਨ ਵਿੱਚ ਪਹੁੰਚ ਕੇ ਤੇ ਖੋਜ ਕਰਦੇ ਹੋਏ ਨਾਮ ਨੂੰ ਬੁੱਝ ਕੇ ਉਸ ਨਾਮ ਦੇ ਨਾਲ ਪਿਆਰ ਪਾ ਲੈਣਾ, ਉਹਦੇ ਨਾਲ ਆਪਣੀ ਲਿਵ ਨੂੰ ਜੋੜ ਲੈਣਾ, ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗੇ ਅਨਲਾਲਚ, ਬਿਰਥਾ ਜਨ ਪ੍ਰਾਣੀ। ਮੌਕਾ ਤਾਂ ਮਿਲਿਆ ਸੀ ਕਿ ਅਸੀਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਉਹਨਾਂ ਗੁਰਮੁਖਾਂ ਦੇ ਬਚਨ ਸੁਣ ਕੇ ਨਾਮ ਦੀ ਖੋਜ ਕਰ ਲੈਂਦੇ। ਲੇਕਿਨ ਹੁਣ ਬਹੁਤ ਸਾਰੇ ਜੀਵ ਆਏ ਇੱਥੇ, ਉਹਨਾਂ ਨੇ ਇਹ ਖੋਜ ਛੱਡ ਦਿੱਤੀ, ਨਾਮ ਦੀ ਖੋਜ 'ਤੇ ਨਹੀਂ ਚੱਲੇ, ਜਿਸ ਕਰਕੇ ਉਹਨਾਂ ਨੂੰ ਬ੍ਰਹਮ ਦਾ ਭੇਦ ਵੀ ਨਹੀਂ ਰਿਹਾ। ਉਹ ਆਪਣੇ ਮੂਲ ਨੂੰ ਹੀ ਭੁੱਲਦੇ ਗਏ, ਕਿਉਂਕਿ ਜਦੋਂ ਅਸੀਂ ਆਪਣੇ ਮੂਲ ਦੀ ਖੋਜ ਕਰਨੀ ਹੈ, ਪਹਿਲਾਂ ਨਾਮ ਦੀ ਖੋਜ ਕਰਨੀ ਪਏਗੀ, ਜਿੱਥੋਂ ਸਾਡੀ ਲਿਵ ਟੁੱਟੀ ਹੋਈ ਹੈ। ਬਹੁਤ ਸਾਰੇ ਜੀਵਾਂ ਨੇ ਨਾਮ ਦੀ ਖੋਜ ਨਹੀਂ ਕੀਤੀ। ਉਹਨਾਂ ਨੇ ਇਸ ਮਾਇਆ ਦੇ ਘਰ ਦੇ ਵਿੱਚ ਆ ਕੇ ਐਸ ਧਾਤ ਦੇ ਰਸਤੇ 'ਤੇ ਚੱਲਣਾ ਸ਼ੁਰੂ ਕਰ ਦਿੱਤਾ। ਧਾਤ ਦੇ ਰਸਤੇ ਚੱਲਦਾ ਹੋਇਆ ਮਨ ਇੰਨਾ ਦੂਰ ਚਲਾ ਗਿਆ ਕਿ ਉਹਨਾਂ ਨੂੰ ਨਾਮ ਦਾ ਭੇਦ ਨਹੀਂ। ਅੱਜ ਵੀ ਬਹੁਤ ਸਾਰੇ ਜੀਵ ਨੇ, 4 ਯੁੱਗ ਹੋ ਚੁੱਕੇ ਨੇ ਭਾਵੇਂ, ਤੇ 4 ਯੁੱਗਾਂ ਦੇ ਵਿੱਚ ਖੇਲਦਿਆਂ ਖੇਲਦਿਆਂ ਹਾਲੇ ਵੀ ਬਹੁਤ ਸਾਰੇ ਜੀਵਾਂ ਨੂੰ ਨਾਮ ਦਾ ਭੇਦ ਨਹੀਂ ਹੈ। ਉਹਨਾਂ ਨੇ ਨਾਮ ਨੂੰ ਬੁੱਝਿਆ ਹੀ ਨਹੀਂ ਹੈ। ਪਹਿਲਾਂ ਬੇਨਤੀਆਂ ਤੇ ਜੋਦੜੀਆਂ ਕਰਦੇ ਨੇ, ਜਦੋਂ ਕਿਸੇ ਦੂਸਰੇ ਆਕਾਰ ਵਿੱਚ ਹੁੰਦੇ ਨੇ ਕਿ ਸਾਨੂੰ ਮੌਕਾ ਦਿਓ, ਸਾਨੂੰ ਵਾਰੀ ਦਿਓ, ਤੇ ਪਾਰ ਬ੍ਰਹਮ ਖੁਸ਼ ਹੋ ਕੇ ਮੌਕਾ ਦੇ ਦਿੰਦਾ ਹੈ ਵੀ ਚਲੋ ਇਹ ਨਾਮ ਨੂੰ ਬੁੱਝ ਲੈਣਗੇ, ਖੋਜ ਕਰ ਲੈਣਗੇ। ਇੱਥੇ ਆ ਕੇ ਭੁੱਲ ਜਾਂਦੇ ਨੇ, ਨਾਮ ਦੀ ਖੋਜ ਨਹੀਂ ਕਰਦੇ। ਐਸੀ ਅਵਸਥਾ ਦੇ ਵਿੱਚ ਹੁਣ ਕਲਾ ਦਾ ਯੁੱਗ ਚੱਲ ਰਿਹਾ ਪਿਆ ਹੈ, ਤੇ ਇਸ ਕਲਯੁੱਗ ਦੇ ਵਿੱਚ ਜਿੱਥੇ ਗੁਰੂ ਨਾਨਕ ਦੇ ਘਰ ਨੇ ਨਾਮ ਦਾ ਖੋਲ੍ਹ ਕੇ ਭੇਜ ਦਿੱਤਾ ਹੈ, ਤੇ ਬਹੁਤ ਸਾਰੇ ਜੀਵ ਐਸੀ ਅਵਸਥਾ ਵਿੱਚ ਵਿਚਰ ਰਹੇ ਨੇ, ਉਹ ਗੁਰਬਾਣੀ ਦੇ ਬਚਨਾਂ ਨੂੰ ਪੜ੍ਹਦੇ ਵੀ ਨੇ,
ਤੇ ਪਰ ਨਾਮ ਦੀ ਖੋਜ ਨਹੀਂ ਕਰਦੇ। ਤੇ ਪਾਤਸ਼ਾਹ ਉਪਦੇਸ਼ ਕਰਦੇ ਨੇ, ਸਮਝਾਉਂਦੇ ਨੇ, ਪੜ੍ਹੇ ਮਨਮੁਖ ਪਰ ਬਿਧ ਨਾ ਜਾਨਾ, ਨਾਮ ਨਾ ਬੁਝੈ ਭਰਮ ਭੁਲਾਨਾ। ਹੁਣ ਨਾਮ ਨੂੰ ਨਹੀਂ ਬੁੱਝਦੇ। ਜਿਸ ਨਾਮ ਨੂੰ ਬੁੱਝ ਕੇ ਸਮਾ ਕੇ ਆਪਣੇ ਦੇਸ਼ ਘਰ ਵਾਪਸ ਜਾਣਾ ਸੀ, ਉਹਦਾ ਭੇਦ ਨਹੀਂ ਲੈਂਦੇ। ਬਹੁਤ ਸਾਰੇ ਤੁਹਾਨੂੰ ਸੰਸਾਰ ਵਿੱਚ ਮਿਲਣਗੇ। ਹੁਣ ਆਪਾਂ ਉਹਨਾਂ ਨੂੰ ਸਮਝਾਉਣਾ ਹੈ। ਜਿਸ ਤਰ੍ਹਾਂ ਹੁਣ ਆਪਾਂ ਨਾਮ ਦੇ ਨਾਲ ਜੁੜ ਰਹੇ ਹਾਂ, ਪਿਆਰ ਪਾ ਰਹੇ ਹਾਂ, ਤੇ ਸਾਡਾ ਡਿਊਟੀ ਵੀ ਹੈ, ਸਾਡਾ ਫਰਜ਼ ਵੀ ਹੈ ਕਿ ਅਸੀਂ ਉਹਨਾਂ ਨੂੰ ਇਸ ਨਾਮ ਦਾ ਭੇਦ ਦੇਣਾ ਕਰੀਏ। ਤਾਂ ਪਾਤਸ਼ਾਹ ਸਮਝਾਉਂਦੇ ਨੇ ਕਿ ਬਹੁਤ ਸਾਰੇ ਜੀਵ ਮਨ ਐਸੀ ਅਵਸਥਾ ਵਿੱਚ ਚਲੇ ਜਾਂਦੇ, ਇੰਨਾ ਦੂਰ ਚਲੇ ਜਾਂਦੇ ਨੇ, ਉਹ ਜ਼ਰੂਰੀ ਵੀ ਨਹੀਂ ਸਮਝਦੇ। ਵਾਪਸ ਮੁੜਨਾ ਉਹ ਜ਼ਰੂਰੀ ਸਮਝਦੇ ਹੀ ਨਹੀਂ। ਆਪਣੇ ਘਰ ਜਾਣਾ ਵੀ ਜ਼ਰੂਰੀ ਨਹੀਂ ਸਮਝਦੇ, ਕਿਉਂਕਿ ਉਹਨਾਂ ਦੀ ਹਾਲਤ ਹੀ ਐਸੀ ਹੋ ਜਾਂਦੀ ਹੈ। ਨਾਮ ਨਾਲੋਂ ਲਿਵ ਟੁੱਟਣ 'ਤੇ ਉਹ ਆਪਣੀ ਅਕਲ ਤੇ ਜੋਤ ਦਾ ਇਸਤੇਮਾਲ ਕਰਨਾ ਭੁੱਲ ਜਾਂਦੇ ਨੇ, ਕਿਉਂਕਿ ਆਪਣੀ ਜੋਤ ਦਾ ਇਸਤੇਮਾਲ ਮਨ ਤਾਂ ਹੀ ਕਰੇਗਾ ਜੇ ਉਹ ਸ਼ਬਦ ਨਾਲ ਜੁੜਿਆ ਹੋਇਆ ਹੈ। ਤੇ ਜਦੋਂ ਸ਼ਬਦ ਨਾਲੋਂ ਲਿਵ ਟੁੱਟ ਗਈ, ਜੋਤ ਗੁਪਤ ਹੋ ਜਾਂਦੀ ਹੈ। ਜਦੋਂ ਜੋਤ ਗੁਪਤ ਹੋ ਗਈ, ਉਸ ਨੂੰ ਆਪਣੀ ਜੋਤ ਦਾ ਇਸਤੇਮਾਲ ਕਰਨਾ ਨਹੀਂ ਆਉਂਦਾ। ਜਿਹੜੀ ਕਲਾ ਦੇ ਨਾਲ ਉਸਨੇ ਇਸਤੇਮਾਲ ਕਰਨਾ ਹੈ, ਉਹ ਭੁੱਲ ਜਾਂਦੀ ਹੈ। ਤੇ ਜਿਹੜੀ ਅਕਲ ਉਹ ਦ੍ਰਿੜ ਕਰ ਲੈਂਦਾ ਹੈ, ਉਹ ਅਕਲ ਜਿਹੜੀ ਹੈ ਉਹ ਮਾਇਆ ਦੀ ਦਿੱਤੀ ਹੋਈ ਹੁੰਦੀ ਹੈ। ਆ ਜਿੰਨੀ ਵੀ ਸਿਆਣਪ ਸੰਸਾਰ ਦੇ ਵਿੱਚ ਚੱਲ ਰਹੀ ਹੈ, ਇਹ ਮਾਇਆ ਦੀ ਦਿੱਤੀ ਹੋਈ ਹੈ। ਇਹ ਮਾਇਆ ਮਨ ਨੂੰ ਭਰਮ ਦੇ ਵਿੱਚ ਪਾਉਂਦੀ ਹੈ। ਇਹ ਜਿੰਨੇ ਵੀ ਸੰਸਾਰ ਦੇ ਵਿੱਚ ਜੀਵ ਚੱਲ ਰਹੇ ਨੇ, ਇਹ ਮਾਇਆ ਨਚਾ ਰਹੀ ਹੈ, ਮਾਇਆ ਖਿਡਾ ਰਹੀ ਹੈ। ਆਪਣੀ ਜੋਤ ਦਾ ਇਸਤੇਮਾਲ ਕਰਨਾ ਮਨ ਉਦੋਂ ਹੀ ਭੁੱਲ ਗਿਆ ਜਦੋਂ ਉਹਦੀ ਸ਼ਬਦ ਨਾਲੋਂ ਲਿਵ ਟੁੱਟ ਗਈ। ਤੇ ਉਸ ਮਨ ਦੀ ਅਵਸਥਾ ਕੀ ਬਣ ਗਈ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਜਦੋਂ ਸਾਡੀ ਨਾਮ ਦੇ ਨਾਲ ਲਿਵ ਟੁੱਟ ਜਾਂਦੀ ਹੈ, ਕੀ ਅਵਸਥਾ ਬਣਦੀ ਹੈ। ਬਾਬਾ ਮਾਇਆ ਮੋਹ ਹਿਤ ਕੀਨ, ਜਿਨ ਗਿਆਨ ਰਤਨ ਹਿਰਲੀਨ। ਜਿਹੜਾ ਸਾਡੇ ਅੰਦਰ ਵਿਵੇਕ ਗਿਆਨ ਹੈ, ਉਹ ਵਿਵੇਕ ਗਿਆਨ ਦਾ ਜਿਹੜਾ ਦੀਵਾ ਹੈ ਉਹ ਬੁੱਝ ਜਾਂਦਾ ਹੈ। ਵਿਵੇਕ ਗਿਆਨ ਹੁੰਦਾ ਹੈ ਆਪਣੇ ਘਰ ਦਾ ਗਿਆਨ, ਆਪਣੇ ਘਰ ਦੀ ਸੋਝੀ, ਵੀ ਅਸੀਂ ਕਿਵੇਂ ਘਰੋਂ ਆਉਣਾ ਹੈ ਤੇ ਵਾਪਸ ਖੇਲਦਿਆਂ ਕਰਮ ਤੋਂ ਬਾਅਦ ਕਿਵੇਂ ਆਪਣੇ ਘਰ ਜਾਣਾ ਹੈ। ਇਹਨੂੰ ਵਿਵੇਕ ਗਿਆਨ ਕਹਿੰਦੇ ਨੇ। ਇਹ ਵਿਵੇਕ ਗਿਆਨ, ਇਹਨੂੰ ਕਲਾ ਵੀ ਗੁਰਬਾਣੀ 'ਚ ਕਹਿੰਦੇ ਨੇ। ਕਲਾ ਜੋ ਮਨ ਨੇ ਆਪਣੇ ਵਾਸਤੇ ਵਰਤਣੀ ਹੁੰਦੀ ਹੈ, ਉਹ ਕਲਾ ਇਸ ਨੂੰ ਮਾਤਾ ਦੇ ਉਦਰ ਦੇ ਵਿੱਚ ਸਿਖਾਈ ਜਾਂਦੀ ਹੈ, ਜਿੱਥੇ ਇਹਦਾ ਅਭਿਆਸ ਹੁੰਦਾ ਹੈ। ਸ਼ਬਦ ਨਾਲ ਲਿਵ ਟੁੱਟਣੀ, ਸ਼ਬਦ ਨਾਲ ਜੁੜਨਾ, ਇੱਥੇ ਆਪਣੀ ਕਲਾ ਦਾ ਇਸਤੇਮਾਲ ਕਰਨਾ, ਮਾਇਆ ਦੇ ਘਰ ਨੂੰ ਛੱਡ ਕੇ ਆਪਣੇ ਘਰ ਜਾਣਾ, ਇਹਨੂੰ ਵਿਵੇਕ ਗਿਆਨ ਕਹਿੰਦੇ ਨੇ। ਬਹੁਤ ਸਾਰੇ ਮਨ ਬੱਚੇ ਭੁੱਲ ਗਏ ਨੇ, ਆਪਣੀ ਇਸ ਕਲਾ ਦਾ ਇਸਤੇਮਾਲ ਕਰਨਾ ਨਹੀਂ ਆਉਂਦਾ ਉਹਨਾਂ ਨੂੰ। ਤੇ ਕਿਵੇਂ ਭੁੱਲ ਗਏ ਨੇ? ਇਸ ਮਾਇਆ ਦੇ ਨਾਲ ਪਿਆਰ ਪੈਣ ਕਰਕੇ ਮਾਇਆ ਦ੍ਰਿੜ ਹੋ ਗਈ ਹੈ ਉਹਨਾਂ ਨੂੰ। ਇਸ ਮਾਇਆ ਨੇ ਆਪਣੀ ਮੱਤ ਉਹਨਾਂ ਦੇ ਮਨ ਵਿੱਚ ਭਰ ਦਿੱਤੀ ਹੈ। ਤੇ ਕੈਸੀ ਅਵਸਥਾ ਬਣ ਗਈ? ਬਾਬਾ ਮਾਇਆ ਮੋਹਿਤ ਕੀਨ, ਜਿਨ ਗਿਆਨ ਰਤਨ ਹਿਰਲੀਨ। ਇਹ ਜਿਹੜਾ ਰਤਨ ਸੀ ਗਿਆਨ ਦਾ, ਇਹ 4 ਰਤਨ ਹੁੰਦੇ ਨੇ ਆਪਾਂ ਨੂੰ ਦਿੱਤੇ ਹੋਏ। ਨਾਮ ਰਤਨ ਵੀ ਆਪਣਾ ਗੁਪਤ ਹੋ ਗਿਆ। ਇਹ ਸਵਾਸ ਵੀ ਫਿਰ ਖਰਚ ਹੋਣਗੇ, ਵੀ ਰਤਨ ਨੇ। ਇਹ ਗਿਆਨ, ਇਹ ਵੀ ਇੱਕ ਰਤਨ ਹੈ।
एक उसरत जिहड़ी मालिक दी करदे हां वो भी रतन है। हुण हौली हौली ये नाम जिहड़ा है गुप्त हो गया। इहनूं हुण पता नहीं कि मैं संसार विच किवें विचरना है। भुल गया कि मैं कौन हाँ, कित्थों आया हाँ, मेरा घर कित्थे है। इत्थे आउण ते इहदा प्यार इस कायां दे नाल पवा दिता जांदा है। ते जिस आपां देखदे हां माया दृढ़ कराउंदी है इसनूं, इहदा कोई नां रख लैंदे ने शरीर दा, इहदा नां रख लिया, आवाज़ां मार लगे, इहदा प्यार पैना शुरू हो गया। हौली हौली ये पिछोकड़ भुलदा गया। इन्ना भुल गया अज की अवस्था में माया ने अपना ज्ञान इन्ना दृढ़ करा दिता। इनू पुछ लो, तुसीं सहज सुभाए नूं पुछोगे भी तू कौन है, इस शरीर का नाम दस देगा उस वेले कि मैं तो फलाना सिंह हाँ, जां जो भी नाल लाउंदा है। इसनूं अपने आप का नहीं पता मैं कौन हाँ। हुण जिन्नी देर तक इनू अपने आप का ही नहीं पता तो अपने वास्ते ये कर्म किवें करेगा। इसने समझ लिया कि मैं शरीर हाँ, तो माया ने इसनूं दृढ़ करा दिता कि जो करना है शरीर वास्ते ही करना है। चाहे खेती करनी है, नौकरी करनी है, दुकान करनी है, बिजनेस करना, कोई भी कर्म करना तो काहदे वास्ते करना, इस शरीर नूं पालण वास्ते। ये इन्ना हुण कर्म दे नाल बज गया, इसनूं चेता भुल गया, सुध बुध नहीं रही। तो जे इसनूं अपने आप का इन्हें पता तो इसनूं पुछोगे तेरा घर किहड़ा है, तो घर का की पता रहेगा। ये हालात किवें बनदे ने सारिआं दे, ये केवल नाम नूं भुल्लण ते बनदे ने। तो जदों गुरमुखां ने विचार की, उन्होंने देखा उहदे नाम नूं भुल्ले होए ने। बिन नामे जग कमला फिरे। इस मन की ऐसी अवस्था बन गई, इनू सुध बुध नहीं, इनू अपने आप का पता नहीं, अपने घर का, अपने देश का, माता पिता का भुल्ला होया है। इसनू ये भी नहीं पता कि मेरी विरोधी टीम किहड़ी है, मेरे नाल धोखा कौन कर देना। ये जदों भुल जाता है नाम नूं, इस धात के रस्ते ते चल पैंदा है। तो जिहड़ा धात के रस्ते ते चलदा है उहदे अंदर किहड़े विचार पैदा हुंदे ने, काम, क्रोध, लोभ, मोह ते हंकार। उन्हां दीयां गल्लां इहनूं चंगीआं लगदियां ने, वो इसनूं दुविधा विच पा दिंदे ने, विचारां विच चला जाता है, उन्हां दी भाषा बोलनी शुरू कर दिंदा है। ये हुण मन की हालत हो गई भी इनू सुध बुध नहीं, इनू ये नहीं पता कि मेरा अपना कौन है, मैं किहड़े रस्ते ते चलदा पिया हाँ। भुल गया। ते माता पिता अपना सारिआं दा जिन्हें भेजा है वो सारिआं नूं ही देख रहा है। आपां हुण गल्लां कर रहे ना इत्थे कि जिस मैनूं तुसीं कहा भी चलो करो मालिक दियां उस करो, तो आपां सुन रहे सारे, तुसीं वो देख रहे आपां नूं। साजन मीत स्वामी नेरो, भेखत सुनत सबन के संगे, थोड़े काज बुरा कह फेरो। चाहे कोई बुरा कर रहा है, अच्छा कर रहे, वो देख रहे हैं, सारिਆਂ ਨੂੰ देख रहे हैं अपन नूं, ते देख रहे हैं भी मन की हालत की हो गई। उन्हें भी इन्ना समझाया, इन्ना इसनूं ज्ञान दिता भी इन्ना भी कोई भुल जाता है भला किते। तो जदों देखते हैं फिर बचन करते हैं, अपने परिवार ने, बच्चे ने तुहाडे, ये मोह है।
ਤੇ ਮੋਹ ਦੇ ਵਿੱਚ ਆਪਾਂ ਬੱਝੇ ਹੋਏ ਹਾਂ। ਇੰਨਾ ਮੋਹ ਦੇ ਵਿੱਚ ਵੱਜ ਜਾਂਦਾ ਹੈ ਜੀਵ। ਕਈ ਦਫਾ ਬੱਚੇ ਹੁਕਮ ਤੋਂ ਬਾਹਰ ਹੋ ਜਾਂਦੇ ਨੇ ਮਾਤਾ ਪਿਤਾ ਦੇ, ਤੇ ਆਕੀ ਹੋ ਜਾਂਦੇ ਨੇ। ਤੇ ਮਾਤਾ ਪਿਤਾ ਫਿਰ ਪਰੇਸ਼ਾਨ ਹੁੰਦਾ ਵੀ ਇਹ ਮੇਰੇ ਆਖੇ ਨਹੀਂ ਲੱਗਦੇ, ਦੁਖੀ ਹੁੰਦੇ ਨੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਐਸੀ ਅਵਸਥਾ ਵਿੱਚ ਐਸੇ ਕਾਹੇ ਭੂਲ ਭਰੇ, ਵੀ ਇੰਨਾ ਵੀ ਕੋਈ ਭੁੱਲ ਜਾਂਦਾ ਹੈ ਕਿਤੇ। ਹੋਇਆ 2-4 ਘੰਟੇ ਨਹੀਂ ਚੇਤਾਇਆ, ਮੰਨ ਸਕਦੇ ਹਾਂ ਵੀ ਐਸੀ ਲਿਵ ਟੁੱਟੀ ਵੀ ਚੇਤਾ ਹੀ ਨਹੀਂ ਆਇਆ। 4 ਜੋਗੀ ਹੋ ਗਏ ਨੇ ਸਾਨੂੰ, ਇੰਨਾ ਵੀ ਕੋਈ ਭੁੱਲਦਾ ਹੈ ਕਿਤੇ। ਪਾਉਂਦੇ ਨੇ ਐਸੇ ਕਾਹੇ ਭੂਲ ਭਰੇ, ਕਾਚ ਬਿਹਾਜਨ ਕੰਚਨ ਛਾਡਨ, ਵੈਰੀ ਸੰਗ ਹੇਤ ਸਾਜਨ ਤਿਆਗ ਖਰੇ। ਵੀ ਜਿਹੜੇ ਮਿੱਤਰ ਨੇ, ਇਹਦਾ ਸੱਜਣ ਹੈ, ਉਹਨੂੰ ਇਹਨੇ ਛੱਡ ਦਿੱਤਾ ਹੈ। ਜਿਹਨੇ ਮਦਦ ਕਰਨੀ ਹੈ, ਔਖੇ ਵੇਲੇ ਕੰਮ ਆਉਣਾ ਹੈ। ਤੇ ਜਿਹੜੇ ਦੁਸ਼ਮਣ ਨੇ, ਜਿਨ੍ਹਾਂ ਨੇ ਇਹਨੂੰ ਦੁਖੀ ਕਰਨਾ ਹੈ, ਉਹਨਾਂ ਦੇ ਨਾਲ ਤੁਰਿਆ ਫਿਰਦਾ ਹੈ। ਇਹ ਅੱਜ ਦੇ ਮਨ ਦੇ ਹਾਲਾਤ ਨੇ, ਇਹ ਮਨ ਦੀ ਅਵਸਥਾ ਹੈ। ਜਿਹੜਾ ਬਹੁਤ ਸਾਰੇ ਜੀਵ ਕਹਿੰਦੇ ਨਾ ਵੀ ਅਸੀਂ ਦੁਖੀ ਹਾਂ ਮਨ ਕਰਕੇ, ਉਹ ਇਸ ਕਰਕੇ ਪਰਮੇਸ਼ਰ ਤੇ ਭੁੱਲੇ ਹਾਂ। ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲਗਣ ਜਨਮ ਵਿਯੋਗ। ਉਹ ਬੇਮੁਖ ਹੋ ਗਏ ਨੇ। ਬੇਮੁਖ ਕਿਸੇ ਦੂਸਰੇ ਤੋਂ ਨਹੀਂ ਹੋਏ, ਆਪਣੇ ਹੀ ਮਾਤਾ ਪਿਤਾ ਤੋਂ ਹੋ ਗਏ ਨੇ। ਜਿਹੜਾ ਇੱਥੇ ਭੇਜਣ ਵਾਲਾ ਹੈ, ਉਸ ਆਪਣੀ ਕਲਾ ਦਾ ਇਸਤੇਮਾਲ ਕਰਨਾ ਮਨ ਭੁੱਲ ਗਿਆ ਹੈ। ਇਸ ਮਾਇਆ ਦੇ ਘਰ ਵਿੱਚ ਆ ਗਿਆ ਤੇ ਮਾਇਆ ਨੇ 4 ਗੱਲਾਂ ਸਿਖਾ ਦਿੱਤੀਆਂ ਇਸ ਨੂੰ। ਕੀ ਸਿਖਾ ਦਿੱਤਾ? ਆ ਨਹੀਂ ਚੰਗਾ, ਇਹ ਤੇਰਾ ਨਹੀਂ ਹੈ। ਇਹ ਜੋ ਵੀ ਸਿਖਾਇਆ ਦੁਬਦਾ ਸਿਖਾ ਦਿੱਤੇ। ਦੂਸਰੇ ਦਾ ਗਿਆਨ ਸਿੱਖ ਲਿਆ ਤੇ ਆਪਣੇ ਆਪ ਨੂੰ ਕਹਿਣ ਲੱਗਾ ਵੀ ਮੈਨੂੰ ਤਾਂ ਬੜੀ ਅਕਲ ਹੈ। ਹੁਣ ਇਹ ਮਾਇਆ ਨੇ ਇਸ ਨੂੰ 4 ਗੱਲਾਂ ਸਿਖਾ ਦਿੱਤੀਆਂ ਤੇ ਆਪਣੇ ਆਪ ਨੂੰ ਗਿਆਨਵਾਨ ਸਮਝਣ ਲੱਗ ਪਿਆ। ਕਹਿੰਦਾ ਮੈਂ ਤਾਂ ਬੜਾ ਗਿਆਨੀ ਹਾਂ, ਮਨ ਤਾਂ ਬੜਾ ਪਤਾ ਹੈ। ਕਹਿੰਦੇ ਚੱਲ ਪਤਾ ਤੇ ਫਿਰ ਦੱਸ, ਆਪਣੇ ਘਰ ਦੀ ਕੋਈ ਗੱਲ ਦੱਸ, ਤੂੰ ਦੱਸ ਕਿੱਥੋਂ ਆਇਆ ਹੈ। ਹੁਣ ਮਾਇਆ ਨੇ ਇੰਨਾ ਦ੍ਰਿੜ ਕਰਾ ਦਿੱਤਾ। ਕਈ ਮਾਇਆ ਨੇ ਆਪਣੇ, ਜਿਸ ਤਰ੍ਹਾਂ ਪਰਮਾਤਮਾ ਨੇ ਇਹਨੂੰ ਸੰਤ ਬਣਾਇਆ ਮਨ ਨੂੰ, ਇਸ ਮਾਇਆ ਨੇ ਇੱਧਰਲਾ ਗਿਆਨ ਦੇ ਕੇ ਇਸ ਨੂੰ ਕਾਲ ਦੇ ਦਾਇਰੇ ਦੇ ਵਿੱਚ ਵੀ ਸੰਤ ਬਣਾ ਦਿੱਤਾ, ਜਿਸ ਨੂੰ ਅਨਾੜੀ ਸੰਤ ਕਹਿ ਦਿੱਤਾ। ਹੁਣ ਉਸ ਅਨਾੜੀ ਸੰਤ ਨੇ ਮਾਇਆ ਇੰਨੀ ਦ੍ਰਿੜ ਕਰ ਲਈ, ਉਹ ਜਿਹੜਾ ਆਪਣਾ ਗਿਆਨ ਹੈ ਉਸ ਦਾ ਰਟਨ ਕਰ ਰਿਹਾ ਹੈ ਵੀ ਮੈਨੂੰ ਗਿਆਨ ਹੋ ਗਿਆ, ਮੈਂ ਗਿਆਨੀ ਹਾਂ। ਇਹ ਮੈਨੂੰ ਤਾਂ ਬੜਾ ਗਿਆਨ ਹੋ ਗਿਆ, ਮੈਂ ਵਿਗਿਆਨੀ ਬਣ ਗਿਆ ਹਾਂ। ਹੁਣ ਇੱਥੋਂ ਦਾ ਜਿਹੜਾ ਗਿਆਨ ਹੈ ਉਸੇ ਨੂੰ ਦ੍ਰਿੜ ਕਰਕੇ ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਪਿਆ। ਆਪਣੇ ਆਪ ਨੂੰ ਕਹਿੰਦੇ ਮੈਨੂੰ ਤਾਂ ਅਕਲ ਬੜੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਜੇ ਅਕਲ ਹੈ ਤਾਂ ਬੁੱਝੋ। ਕੀ ਬੁੱਝੋ? ਉਹਨਾਂ ਨੂੰ ਬੁਝਾਰਤ ਪਾ ਦਿੱਤੇ। ਪਾਤਸ਼ਾਹ ਕਹਿੰਦੇ ਨੇ ਪੌਣ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦਰਵਾਜੇ 10ਵਾਂ ਦਵਾਰ, ਬੁੱਝ ਰੇ ਗਿਆਨੀ ਇਹ ਵਿਚਾਰ। ਹੁਣ ਗਿਆਨੀ ਨੇ ਜਦੋਂ ਪੁੱਛਿਆ, ਉਹਦਾ ਮੈਨੂੰ ਗਿਆਨ ਬੜਾ ਸੀ। ਤੇ ਕਹਿੰਦੇ ਫਿਰ 10ਵੇਂ ਦਵਾਰ ਦੀ ਕੋਈ ਗੱਲ ਸੁਣਾਓ। ਤੇ ਉਹਨੇ ਰੌਲਾ ਪਾ ਦਿੱਤਾ ਵੀ ਮੈਨੂੰ ਕਿਤੇ ਕੋਈ ਪੁੱਛ ਨਾ ਲਏ। ਕਹਿਣ ਲੱਗਾ ਵੀ 10ਵਾਂ ਦਵਾਰ ਤੇ ਕੋਈ ਹੁੰਦਾ ਹੀ ਨਹੀਂ ਹੈ।
ये 10वां द्वार तो कभी बनाया ही नहीं। आ दुनियावी ज्ञान हो जाना ही 10वें द्वार का ज्ञान हो जाना है। हुण काल ने अपने जिहड़े अनाड़ी संत ने उन्होंने राही ये चीज़ प्रचार दी। बहुत सारे जीव जिहड़े ने इस भरम दे विच चले गए। हुण महाराज सच्चे पातशाह कहन लगे भी ये जिहड़ा तुहानूं ज्ञान है इस लोक दा है, तो इत्थों की जिहड़ी अकल है ये किसी काम की नहीं है। जिसनूं तुसीं सियाणप कह रहे हो ये जमा का कारण बन जाती है। बहु सियाणप जम का भौ व्यापे। ते माया ने की दृढ़ कराया है सारी उम्र, ये चंगा है, ये माड़ा है, ये अपना है, ये पराया है, ये तेरा है, ये मेरा है। तो की सिक्ख्या है ये तो अलावा, ये दुविधा तो अलावा माया ने कुछ भी नहीं सिखाउणा। अज जिसनूं असीं विग्यान कह रहे हाँ, विग्यान दे कोल सिवाए दुविधा तो होर कुछ भी नहीं है। चाहे बाहरमुखी किन्नी भी खोज की है, बाहरमुखी जिहड़ी खोज है जिथे कोई साधन बने ने, जिथे कोई जीव नूं आउणा जाना सुखाला होया है काम करना, उथे नाल दुविधा ने बहुत वड्डे पद्धर दे उपर फैला कीता है। अंतरराष्ट्रीय लैवल के उपर यह दुविधा इन्नी वध चुकी है तो अज जो संसार है वो एक बरूद के ढेर ते बैठा होया है। तो किहो जे हालात पैदा हो रहे हैं, रोजाना दी रोजाना तुसीं आम ही देख रहे हो की हो रहा है। क्योंकि दुनियावी जिहड़ी पढ़ाई है वो प्यार नहीं सिखाउंदी। दुनियावी पढ़ाई दे विच जीव दुविधा दे विच चला जाता, एक दूसरे तो अगे लंघण की दौड़ दे विच वो दूसरे नूं दबाउंदा है, मारदा है भी मैं अगे लंघ जा। ये काल के दायरे दे विच ये शै वध रही है, बहुत वध रही है। तो इस नूं महाराज ने कहा भी ये अकल किसी काम की नहीं है। ये हुण जिहड़ी माया ने इन्हां जीवां नूं अकल सिखा दित्ती। पातशाह कहंदे अकल ये ना आखीए। तुसीं अपने घर नूं जाण दी अकल सीखनी सी, वो तो सीखी नहीं। घर किवें जाना है इहदा ते पता नहीं लगा। विद्या तां ये ब्रह्म विद्या लैनी सी भी असीं कौन हाँ, कित्थों आए हाँ, साडा घर कित्थे है, साडा माता पिता कौन है, किवें असीं वापस अपने देश जा सकते हाँ। इत्थे तां असीं रहना ही नहीं है, इत्थे तां थोड़ा चिर आपां रहिंदे हाँ, फिर आपां देश छड्ड जाने हुंदे है। आंदे भी तुसीं जदों इत्थे रहना नहीं, अपने घर जाना है, आउणा जाना बनाओ, अपने घर की खोज करनी। ते हुण ऐसी अवस्था दे विच बहुत सारे जीवां नूं इहदा भेद नहीं रहा। तो मर के वो अकल किसी काम की नहीं है। अकल ये ना आखिए, ये अकल किसी काम की नहीं। अकल गवाईए बाद, जे तुहानूं अकल हुंदी तां तुसीं दुविधा खत्म कर लैंदे, तुसीं ईर्खा खत्म कर लैंदे, ते ईर्खा ते दुविधा छड्ड के तुसीं निरंकार दा रूप हो जांदे। परमात्मा दे नाल जुड़न वास्ते सब तो सौखा तरीका की है? दुविधा छोड़ भै निरंकारी। दुविधा छड्ड दिओ, नफरत छड्ड दिओ। दुविधा तो ही ये सारा खेल शुरू होंदा है। दुविधा तो ही शुरू होंदे ने ये निंदिया चुगली शुरू हो जाती है। जिस नाल दुविधा होवे साडी, अगां दी अगां क्रोध चल पैंदा है। एक ये दुविधा खत्म हो जाती है ना, तो सारे ही मर जाते हैं। एक मरण ते जिसा हमारे सच्चे पातशाह दस, ये दुविधा ही जड़ है। तो दुविधा दृढ़ की है इस माया ने दृढ़ कराई है सानू। कहते ये अकल नहीं किसी काम की, वो अकल जिहदे नाल तुहाडा विवाद खत्म हो जाए। वो तां खत्म होएगा
जे ये मन नाम दे नाल जुड़ जाएगा, शब्द नाल जुड़ गया, ये अंदर जोत प्रगट हो गई। तो जदों अंदर जोत प्रगट होई, उन्होंने दूसरिਆਂ ਦੇ ਵਿੱਚ भी ਉਹਦਾ रूप दसिया, तो फिर दुविधा खत्म होएगी। अदरवाइज ये नहीं खत्म होएगी, भावें लख यतन करन। जोगी अपना घर बार छड्ड के भी चले गए, पहाड़ों दी कुंदरां विच लुक के बैठे, संसार नालों टुट गए, पर जिहड़े 4 जने उत्थे रहिंदे सी उन्हां दे विच भी दुविधा सी। आंदा सी मैं लीडर बना, वो आंदा सी मैं लीडर बन जा। अपना घर बार त्याग दिंदे ने, जती सती हो जाते हैं। सारी उम्र जिहड़ी है घरों बाहर कढ़ दिंदे ने। तो उन्हां दे अस्थानां ते जदों गुरु नानक देव जी गए तो उत्थे दुविधा, उन्हां अस्थानां दे उपर भी दुविधा, ईर्खा, नफरत। तो मारे कहते जह पै जाओ आप छुटकावन, ते बांधे बहु फंदा। उन्हां कोल जांदे सी भी असीं छुट जाइए, तो वो आप बंधनां विच पए होए सी। किदां छुटदे? क्योंकि उन्होंने नाम का भेद नहीं। नाम दे विच जुड़ के जो खत्म होनी है दुविधा, तो नाम नाल लिव जुड़ी नहीं। तो जदों गुरमुख आए थे गुरु रामदास जी शरण विच, बहुत सारे संत महात्मा जिन्हों ने बड़ा संसार का चक्कर लाया, उन्होंने फिर सच्चाई बयान की। आंदे रहे हो संत हों टोल, साध बहु तेरे डिठे, सन्यासी तपस्सीए मुखों ए पंडित मिठे, बरस एक हों फिरियो किने ना परचो लायो। आंदे कईयां दे कोल तां असीं साल साल भी रहे, कई थाई रहे, पर मन नूं धारस नहीं बज्जा। क्यों नहीं बज्जा? आंदे नाम छोड़ दूजे लगे, तिनके गुण हों क्या कहूँ। आंदे उन्हां दे नाम नालों टुटे हुए सी वो, ते नाम दे नाल जुड़ के ही भेद खुलना है, कला आउणी है। ते दूसरे दे नाल जुड़े हुए सी, दूसरा माया है। नाम छोड़ दूजे लगे, तिनके गुण हों क्या कहूँ। गुरदय मिलाओ भिख्या, जे तो रखे तेव रहो। हुण ऐसी अवस्था दे विच जिहड़ा नाम दे नाल नहीं जुड़िया, आंदे उसनूं अकल नहीं है। सूटड़ बूटड़ देखोगे, बाहर मुखी देखोगे, बाहरला कपड़ा देखोगे, तो समझोगे भी इहनूं बड़ा ज्ञान है। हो सकता है उहदे मुख दे विच इहो जिहा बचन निकल के तुहाडे हिरदे नूं इन्ना छल नहीं कर जाए कि तुसीं आउण वाले हफ्ते तक ठीक ही ना हो सको, अपसैट हो जाओ। इहो ਜਿਹੇ भी हालात होंदे ने, देखण नूं बड़े सोहणे लगदे ने, लेकिन अंदर इन्ना। तो पातशाह कहंदे ने उन्हां तो दूर चले जाओ, भज जाओ, उन्हां तो पासे हट जाओ। उन्हां दे कोल बैठो जिन्हां नूं कोई ज्ञान है। ये ना बाहर मुखी ना देखो, अकल ये ना आखिए, अकल गवाइए बात। अकल ही साहिब सेवी है। हुण अकल की है? बहुत सारे कहणगे भी सानू तो हुण लोड़ ही नहीं है सिमरन करन दी, सानू तो अकल आ गई सी, पढ़ लिख लिया। ज़्यादातर इत्थे ही हुंदे ने। गुरु दे कोल भी आउंदे ने, इहो ही बेनती करदे ने भी सानू पढ़ाई लिखाई वधिया मिले। कई अरदास भी करते हैं, बेनती भी करते हैं भी बच्चे पढ़ लिख जान। अच्छी गल है, पर ब्रह्म विद्या उस तो भी जरूरी है। की गजटड पोस्टां ते जाके भी मन के अंदर दुविधा नहीं रहिंदी, वो एक वखरा विषय है। वो साडी उपजीविका का साधन है, वो रजोगुण है। तो रजोगुण ते रह के सुख नहीं आ सकता। रजोगुण के उपर तुसीं सुखी नहीं हो सकते। रजोगुण नूं अगन सागर कहिंदे ने। जिहड़ा हुण कोई बिजनेस कर रहा है, कि उहदे अंदर लहर नहीं पैदा हुंदी अगन दी, तृष्णा दी अगन नहीं पैदा हुंदी। वो छोटे तो वड्डा चाहुंदा है, उह तो वड्डा चाहुंदा है।
ਅੱਜ ਕੀ ਹਾਲਾਤ ਹੋ ਰਹੇ ਨੇ। ਜਿਹੜੇ ਵੱਡੇ ਵੱਡੇ ਬਿਜ਼ਨਸ ਮਾਈਂਡਡ ਨੇ ਤੇ ਉਹਨਾਂ ਨੇ ਆਪਣਾ ਬਿਜ਼ਨਸ ਵਧਾਉਣ ਵਾਸਤੇ ਛੋਟੇ ਜਿਹੜੇ ਸਨਅਤਕਾਰ ਨੇ ਉਹਨਾਂ ਤੋਂ ਸਾਰਾ ਕੁਝ ਖਰੀਦ ਲਿਆ ਹੈ ਤੇ ਆਪਣੀ ਗਿਰਫਤ ਵਿੱਚ ਕਰ ਲਿਆ ਹੈ ਸਾਰਾ ਕੁਝ। ਤੇ ਹਰ ਇੱਕ ਚੀਜ਼ ਜਿਹੜੀ ਉਹ ਮਹਿੰਗਾਈ ਦੀ ਦਰ ਵੱਧ ਰਹੀ ਹੈ। ਸਫਲ ਬਿਜ਼ਨਸਮੈਨ ਦੇ ਅੰਦਰ ਵੀ ਇੱਕ ਤ੍ਰਿਸ਼ਨਾ ਦੀ ਅਗਨ ਹੁੰਦੀ ਹੈ, ਸੁੱਖ ਤੇ ਉਸ ਨੂੰ ਵੀ ਨਹੀਂ ਹੈ। ਅਸੀਂ ਸੁਖੀ ਜੀਵਨ ਬਤੀਤ ਕਰਨਾ ਹੈ ਔਰ ਜਨਮ ਮਰਨ ਖੰਡਨ ਕਰਨਾ ਹੈ ਆਪਣਾ। ਕਿਤੇ ਨਾ ਕਿਤੇ ਇਹ ਕਾਲ ਸਾਡਾ ਧਿਆਨ ਬਦਲਿਆ ਹੈ। ਅੱਜ ਬ੍ਰਹਮ ਵਿਦਿਆ ਨੂੰ ਤਰਜੀਹ ਇਸ ਕਰਕੇ ਨਹੀਂ ਲੋਕ ਦੇ ਰਹੇ ਕਿਉਂਕਿ ਰਜੋ ਗੁਣ ਤੇ ਹੀ ਜੀਵ ਚੱਲਦੇ ਹੈ, ਇਸ ਰਸਤੇ ਚੱਲ ਰਹੇ ਨੇ। ਇਹ ਨਹੀਂ ਦੇਖ ਰਿਹਾ ਵੀ ਇਹ 2 ਘੰਟੇ ਸਿਮਰਨ ਕਰਦਾ, ਮੈਂ 3 ਘੰਟੇ ਸਿਮਰਨ ਕਰਾਂ। ਜੇ ਇਹ 3 ਘੰਟੇ ਕਰਦਾ ਹੈ ਮੈਂ 4 ਘੰਟੇ ਕਰਾਂ। ਐਸੀ ਰੀਝ ਕਦੀ ਪੈਦਾ ਹੁੰਦੀ ਕਿਸੇ ਦੇ? ਵਿਰਲਾ। ਜੇ ਅਸੀਂ ਬੱਚਿਆਂ ਨੂੰ ਵੀ ਉਦਾਹਰਨ ਦਿੰਦੇ ਹਾਂ ਤੇ ਇਹੋ ਹੀ ਉਦਾਹਰਨ ਵੀ ਵੇਖੋ ਉਹਨੇ ਕਿੰਨੀ ਤਰੱਕੀ ਕਰ ਲਈ, ਫਲਾਣੇ ਨੇ ਦੁਨਿਆਵੀ ਕਿੰਨੀ ਤਰੱਕੀ ਕਰ ਲਈ। ਤੇ ਤ੍ਰਿਸ਼ਨਾ ਤਾਂ ਸਾਡੇ ਰਾਹੀਂ ਕਾਲ ਦੂਸਰੇ ਦੇ ਅੰਦਰ ਵਧਾਈ ਜਾ ਰਿਹਾ ਹੈ। ਇਹ ਤ੍ਰਿਸ਼ਨਾ ਦੇ ਵਿੱਚ ਸੁੱਖ ਨਹੀਂ ਮਿਲੇਗਾ। ਇਹ ਸਿਆਣਪ ਨਹੀਂ ਹੈ। ਇਹ ਭਾਵੇਂ ਕਿੰਨੀਆਂ ਸਿਆਣਪ ਦੀਆਂ ਗੱਲਾਂ ਘੜੀ ਜਾਓ, ਮਾਰੇ ਕਹਿੰਦੇ ਇਹ ਅਕਲ ਕਿਸੇ ਕੰਮ ਦੀ ਨਹੀਂ। ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ, ਅਕਲੀ ਸਾਹਿਬ ਸੇਵੀਏ। ਅਕਲ ਤੋਂ ਭਾਵ ਹੈ ਜਦੋਂ ਤੁਸੀਂ ਚੱਲਦੇ ਹੋ ਵੀ ਕਿਸਾ ਮਿਲਿਆ ਜਾ ਸਕਦਾ ਹੈ ਮਾਲਕ ਨੂੰ, ਉੱਥੇ ਆਪਣੀ ਕਲਾ ਦਾ ਇਸਤੇਮਾਲ ਸ਼ੁਰੂ ਕਰਦੇ ਹੋ ਵੀ ਮੈਂ ਕਿਵੇਂ ਮਿਲਾਂ ਪਰਮਾਤਮਾ ਦੇ ਨਾਲ, ਮਿਲਾਪ ਕਿਵੇਂ ਹੋਏ। ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੇ ਦਾਨ, ਕਹੇ ਨਾਨਕ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਉਹ ਮਾਇਆ ਦੀਆਂ ਗੱਲਾਂ ਨੇ, ਉਹ ਸ਼ੈਤਾਨ ਦੀਆਂ ਗੱਲਾਂ ਨੇ। ਇਹ ਗੁਰਮੁਖਾਂ ਨੇ ਸਹਿਜ ਹੋਏ ਜਾ ਕੇ ਇਸ ਗੁੰਝਲ ਬੁਝਾਰਤ ਨੂੰ ਬੁੱਝਿਆ। ਇਹ ਗੁਪਤ ਗੱਲ ਸਾਨੂੰ ਦੱਸੀ ਉਹਨਾਂ ਨੇ ਕਿ ਸਾਡੇ ਨਾਲ ਧੋਖਾ ਹੋ ਰਿਹਾ ਹੈ, ਸਾਡਾ ਧਿਆਨ ਡਿਵਰਟ ਕੀਤਾ ਜਾ ਰਿਹਾ ਹੈ ਤੇ ਕਾਲ ਇਹਦੇ ਵਿੱਚ ਕਿਤੇ ਨਾ ਕਿਤੇ ਸਫਲ ਵੀ ਹੋ ਰਿਹਾ ਹੈ। ਇੰਨਾ ਧਿਆਨ ਡਿਵਰਟ ਕਰ ਦਿੱਤਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਨੂੰ ਕਿਸੇ ਦਾ ਵੀ ਜੀਅ ਨਹੀਂ ਕਰਦਾ। ਤੇ ਇੱਥੇ ਇਸ ਰਸਤੇ ਚੱਲਣ ਨੂੰ ਭਾਵੇਂ ਸਾਰਾ ਦਿਨ ਭਜਾਈ ਫਿਰੋ, ਉਹਨਾਂ ਨੂੰ ਥਕਾਵਟ ਹੀ ਨਹੀਂ ਹੁੰਦੀ, ਥੱਕਦੇ ਹੀ ਨਹੀਂ ਜੀਵ। ਮਨ ਦੀ ਐਸੀ ਹਾਲਤ ਚ, ਕਿਉਂਕਿ ਉਹ ਮਾਇਆ ਨੇ ਅਕਲ ਐਸੀ ਦ੍ਰਿੜ ਕਰਾ ਦਿੱਤੀ ਹੈ। ਇਹਦੇ ਨੂੰ ਨਹੀਂ ਚੱਲੇਗਾ। ਲੱਖ ਤੁਸੀਂ ਕਿਸੇ ਨੂੰ ਕਹੋਗੇ ਆਓ ਆਪਾਂ ਘੜੀ ਚੱਲੀਏ, ਸੰਗਤ ਵਿੱਚ ਚੱਲੀਏ, ਨਾਮ ਜਪੀਏ, ਨਹੀਂ, ਕੋਈ ਹੋਰ ਪਾਸੇ ਉਸੇ ਚੱਲ ਜਾਏਗਾ ਕਿਉਂਕਿ ਦ੍ਰਿੜ ਕੀਤਾ ਹੋਇਆ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਬਹੁਤ ਸਾਰੇ ਮਨ ਜਿਹੜੇ ਨੇ ਐਸੀ ਅਵਸਥਾ ਵਿੱਚ ਚਲੇ ਗਏ, ਉਹਨਾਂ ਨੂੰ ਅਕਲ ਨਹੀਂ, ਉਹ ਇਸ ਰਸਤੇ ਚੱਲ ਰਹੇ ਨੇ ਧਾਤ ਦੇ। ਧਾਤ ਦੇ ਰਸਤੇ ਚੱਲਦਿਆਂ ਚੱਲਦਿਆਂ ਜਿਨ੍ਹਾਂ ਦਾ ਪਿਆਰ ਇਸ ਮਾਇਆ ਨਾਲ ਪੈਂਦਾ ਗਿਆ, ਸੁਧ ਬੁੱਧ ਮਾਰੀ ਗਈ, ਉਹਨਾਂ ਨੂੰ ਚੇਤਾ ਭੁੱਲਣ ਲੱਗ ਪਿਆ ਵੀ ਅਸੀਂ ਕੀ ਕਰਨ ਵਾਸਤੇ ਆਏ ਹਾਂ। ਉਹਨਾਂ ਨੂੰ ਪੁੱਛਦੇ ਨੇ ਕੀ ਕਰਨਾ ਹੈ, ਉਹ ਇਹੋ ਹੀ ਕੰਮ ਦੱਸੀ ਜਾਂਦੇ ਨੇ। ਜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਇੱਥੇ ਵੀ ਇਹੋ ਹੀ ਕੰਮ ਦੱਸ ਦਿੰਦੇ ਨੇ ਕਿ ਮੇਰਾ ਫਲਾਨਾ ਕੰਮ ਰੁਕਿਆ ਹੋਇਆ ਹੈ, ਕਰ ਦਿਓ, ਮੇਰਾ ਆਹ ਕੰਮ ਰੁਕਿਆ ਹੋਇਆ, ਕਰ ਦਿਓ। ਉਹ ਆਂਦੇ ਵੀ ਤੈਨੂੰ ਆਪਣੇ ਕੰਮ ਦਾ ਤੇ ਹਾਲੇ ਤੱਕ ਪਤਾ ਨਹੀਂ ਲੱਗਾ, ਤੂੰ ਆਪਣੇ ਬਾਰੇ ਵੀ ਕੋਈ ਸੋਚ ਲੈ, ਆਪਣੇ ਬਾਰੇ ਵੀ ਵਿਚਾਰ ਲੈ। ਕਵਨ ਕਾਜ ਸਿਰਜੇ ਜਗ ਭੀਤਰ, ਵੀ ਤੇਰੀ ਰਚਨਾ ਕਿਉਂ ਹੋਈ ਹੈ, ਕਿਹੜਾ ਕੰਮ ਤੈਨੂੰ ਮਾਤਾ ਪਿਤਾ ਨੇ ਦਿੱਤਾ ਹੋਇਆ ਹੈ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਵੀ ਕਿਹੜਾ ਫਲ ਪ੍ਰਾਪਤ ਕਰਨ ਵਾਸਤੇ ਤੈਨੂੰ ਜਨਮ ਮਿਲਿਆ ਹੈ, ਕੀ ਪ੍ਰਾਪਤ ਕਰਨਾ ਹੈ ਤੂੰ ਇਸ ਮਾਨਸ ਜਨਮ ਵਿੱਚ, ਕੀ ਸਿੱਧ ਕਰਨਾ ਚਾਹੁੰਦਾ ਹਾਂ ਤੂੰ। ਹੁਣ ਕੀ ਸਿੱਧ ਕਰਨਾ ਚਾਹੁੰਦੇ ਨੇ ਜੀਵ ਇੱਥੇ? ਵੀ ਮੇਰਾ ਕੋਈ ਕਹਿੰਦਾ ਮੇਰਾ ਸੰਸਾਰ 'ਚ ਨਾ ਰਹਿਣਾ ਚਾਹੀਦਾ ਹੈ, ਕੋਈ ਕਹਿੰਦਾ ਮੈਨੂੰ ਐਸਾ ਕਰਨਾ ਚਾਹੀਦਾ ਹੈ। ਕਿਸਾਂ ਦੌੜ ਭੱਜ ਲੱਗੀ ਹੋਈ ਹੈ ਤੇ ਕਿੱਥੋਂ ਤੱਕ ਨਾਂ ਯਾਦ ਰੱਖਦੇ ਨੇ ਅੱਜ ਕੱਲ੍ਹ। ਜਿੰਨਾ ਕੁ ਚਿਰ ਪਿਛੋਕੜ ਨਾਂ ਚੱਲਦਾ ਹੈ ਨਾ,
फलाना सिंह वल्द फलाना सिंह वल्द फलाना सिंह। 3 ਕੁ ਪੀੜ੍ਹੀਆਂ ਤੱਕ ਜਿੰਨਾ ਚਿਰ ਉਹ ਜਮ੍ਹਾਂਬੰਦੀ 'ਤੇ ਨਾਂ ਚੜ੍ਹਿਆ ਹੁੰਦਾ ਪੈਲੀ 'ਤੇ, ਉਹ ਨਾਂ ਨੂੰ ਕਰਾਉਣੀ ਹੁੰਦੀ ਹੈ, ਉਹਨਾਂ 'ਚ ਯਾਦ ਰੱਖਦੇ ਨੇ। ਅਤੇ ਜਦੋਂ ਉਹ ਇੰਤਕਾਲ ਉਹਨਾਂ ਦੇ ਨਾਂ ਹੋ ਜਾਂਦਾ ਹੈ, ਅਤੇ ਫਿਰ ਪਤਾ ਨਹੀਂ ਹੁਣ ਕੌਣ ਹੈ ਪਿੱਛੇ। ਚੇਤਾ ਕਿਸੇ ਨੇ? ਹਾਂਜੀ, ਮੈਨੂੰ ਲੱਗਦਾ ਨਹੀਂ ਚੇਤਾ ਕਿਸੇ ਨੂੰ ਵੀ। ਪਿਛਲਾ ਨਹੀਂ ਚੇਤਾ ਆਪਣਾ ਵੀ ਅੱਜ ਤੋਂ ਸਾਡੀ ਚੌਥੀ ਪੀੜ੍ਹੀ ਕਿਹੜੀ ਸੀ। ਅਤੇ ਹੁਣ ਕਿਸੇ ਨੂੰ ਕੀ ਪਤਾ ਵੀ ਇਹ ਫਲਾਨਿਆਂ ਦਾ ਨਾਂ ਰੌਸ਼ਨ ਕਰ ਰਹੇ ਨੇ, ਕਿਹਦਾ ਕਰ ਰਹੇ ਹਾਂ ਅਸੀਂ। ਕਈ ਤਰ੍ਹਾਂ ਦੇ ਨਾਲ ਕਹਾਵਤ ਪੈ ਜਾਂਦੀ ਹੈ ਨਾ। ਜਿਸ ਤਰ੍ਹਾਂ ਮਹਾਰਾਜ ਨੇ ਬਚਨ ਕੀਤੇ, ਕਿਸੇ ਨੇ ਸਵਾਲ ਕਰ ਦਿੱਤਾ ਸਾਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਰੀ ਸੇਤੀ ਟੁੱਟੇ ਪਧਾਰ, ਪੁੱਤੀ ਗੰਢ ਪਵੇ ਸੰਸਾਰ। ਵੀ ਸੰਸਾਰ ਦੇ ਵਿੱਚ ਇਹ ਗੰਢ ਪੈਂਦੀ ਹੈ। ਅਤੇ ਹੁਣ ਗੰਢ ਕੀ ਪੈਣੀ ਸੰਸਾਰ ਦੇ ਵਿੱਚ? ਮਾਤਾ ਪਿਤਾ ਦੇ ਹੁੰਦਿਆਂ ਹੀ ਬੱਚੇ ਉਹਨਾਂ ਨੂੰ ਬਿਰਧ ਆਸ਼ਰਮ ਛੱਡ ਆਉਂਦੇ ਨੇ। ਉਹ ਮਾਂ ਪਿਓ ਦਾ ਨਾਂ ਹੀ ਨਹੀਂ ਲੈਣਾ ਚਾਹੁੰਦੇ। ਕੱਲ੍ਹ ਹੀ ਗੁਰਮੁਖਾਂ ਦਾ ਫੋਨ ਆ ਰਿਹਾ ਸੀ ਕੈਨੇਡਾ ਤੋਂ। ਉਹਨਾਂ ਨੇ ਦੱਸਿਆ ਵੀ 2 ਭੈਣ ਭਰਾ ਨੇ, ਉਹਨਾਂ ਨੇ ਆਪਣੇ ਪਿਤਾ ਨੂੰ ਉੱਥੇ ਸੱਦ ਲਿਆ। ਕਾਫੀ ਇੱਥੋਂ ਨੇ ਪੈਸੇ ਵੀ ਲਾਏ ਉਹਨਾਂ 'ਤੇ। ਉਹ ਜਦੋਂ PR ਹੋ ਗਏ, ਉਹ ਬਜ਼ੁਰਗ ਨੂੰ ਛੱਡ ਕੇ ਆਪ ਕਿਸੇ ਹੋਰ ਥਾਂ ਚਲੇ ਗਏ। ਉਹ ਉੱਥੇ ਹੀ ਤੁਰਿਆ ਫਿਰਦਾ ਹੈ ਅਤੇ ਉਹਨੂੰ ਬੋਲੀ ਵੀ ਨਹੀਂ ਆਉਂਦੀ ਉੱਧਰ ਦੀ। ਉਹ ਆਂਦੇ ਅਸੀਂ ਉਹਨੂੰ ਲੈ ਕੇ ਗਏ, ਦਵਾਈ ਦਵਾਈ, ਉਹਨੂੰ ਹੁਣ ਸਮਝ ਨਹੀਂ ਲੱਗਦੀ, ਮੈਂਟਲੀ ਅਪਸੈਟ ਹੋ ਗਿਆ। ਅਤੇ ਕਿਹੋ ਜਿਹੀ ਗੰਢ ਪੈ ਰਹੀ ਹੈ ਸੰਸਾਰ ਦੇ ਵਿੱਚ। ਇਹ ਕਿਹੋ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਾਂ ਨੂੰ ਭੇਜ ਦੇ ਰਹੇ ਨੇ ਵੀ ਸੰਸਾਰ ਦੇ ਵਿੱਚ ਵੀ ਆਪਾਂ ਵਿਚਰਨਾ ਸੀ, ਲੇਕਿਨ ਅਸੀਂ ਵੀ ਉਹ ਆਪਣੇ ਬੱਚਿਆਂ ਨੂੰ, ਧੀਆਂ ਪੁੱਤਰਾਂ ਨੂੰ ਉਹ ਮੱਤ ਨਹੀਂ ਦੇ ਸਕੇ ਜਿਸ ਦੁਆਰਾ ਉਹਨਾਂ ਨੇ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਵਿਚਰਨਾ ਸੀ ਅਤੇ ਮਾਤਾ ਪਿਤਾ ਦਾ ਨਾਂ ਉੱਚਾ ਹੋਣਾ ਸੀ। ਕਬੀਰ ਸਾਹਿਬ ਨੇ ਇਸੇ ਕਰਕੇ ਕਿਹਾ। ਕਬੀਰ ਸਾਹਿਬ ਕਹਿਣ ਲੱਗੇ, ਜਦੋਂ ਉਹਨਾਂ ਦੇਖਿਆ, ਆਉਂਦੇ ਨੇ ਬੂढ़ा ਬੰਸ ਕਬੀਰ ਕਾ ਉਪਜਿਓ ਪੂਤ ਕਮਾਲ। ਹਰ ਕਾ ਸਿਮਰਨ ਛਾੜ ਕੇ ਕਰ ਲੈ ਆਇਆ ਮਾਲ। ਆਉਂਦੇ ਨੇ ਹੁਣ ਇਹਨੇ ਇਹ ਰਸਤਾ ਛੱਡ ਦਿੱਤਾ ਹੈ ਅਤੇ ਇਹ ਕਬੀਰ ਦਾ ਬੰਸ ਵੀ ਡੁੱਬ ਗਿਆ। ਮਾਰੇ ਬੜਾ ਖੋਲ੍ਹ ਕੇ ਦੱਸਣ, ਇਹ ਹੁਣ ਮਾਇਆ ਨੇ ਦ੍ਰਿੜ ਇੰਨਾ ਕਰਾ ਦਿੱਤਾ ਹੈ ਵੀ ਜੀਵ ਜਿਹੜਾ ਹੈ ਇੰਨਾ ਭਰਮ ਦੇ ਵਿੱਚ, ਮੋਹ ਦੇ ਵਿੱਚ ਹੀ ਚੱਲ ਰਿਹਾ ਹੈ। ਮੋਹ ਜਿਹੜਾ ਹੈ ਕਿਸਾਂ ਦੇਖਦਾ ਹੈ, ਕਿਸਾਂ ਚੱਲਦਾ ਹੈ। ਇਸਤਰੀ ਪੁਰਖ ਮਿਲ ਮੋਹ ਵਧਾਇਆ। ਇਸੇ ਪੁਰਖ ਇਕੱਠੇ ਹੁੰਦੇ ਨੇ, ਮਿਲਦੇ ਨੇ, ਮੋਹ ਪੈਂਦਾ ਹੈ ਅਤੇ ਪਰਿਵਾਰ ਵੱਧਦਾ ਹੈ। ਇਸੇ ਪੁਰਖ ਮਿਲ ਮੋਹ ਵਧਾਇਆ ਅਤੇ ਧੀਆਂ ਪੁੱਤਰਾਂ ਨੂੰ ਦੇਖਦੇ ਨੇ, ਨਿੱਤ ਦੇਖੇ ਖੁਸ਼ ਹੁੰਦੇ ਨੇ, ਹੋਰ ਮੋਹ ਵੱਧਦਾ ਹੈ। ਦੇਸ਼ ਪਰਦੇਸ਼ ਧਨ ਚੁਰਾਏ ਆਣ ਮੂੰਹ ਪਾਇਆ। ਦੌੜ ਭੱਜ ਕਰਦੇ ਨੇ, ਇੱਧਰ ਉੱਧਰ ਜਾਂਦੇ ਨੇ, ਆਣ ਕੇ ਮੁੱਖ 'ਚ ਪਾਉਂਦੇ ਨੇ। ਹੌਲੀ ਹੌਲੀ ਵੱਧਦਾ ਫੁੱਲਦਾ ਹੈ, ਵਿਚਾਰਾਂ ਦਾ ਟਕਰਾਅ ਹੋ ਜਾਂਦਾ ਹੈ, ਇੱਥੇ ਧੜੇ ਬਣ ਜਾਂਦੇ ਨੇ। ਅੰਤ ਹੋਵੇ ਵੈਰ ਵਿਰੋਧ, ਕੋ ਸਕੇ ਨਾ ਛਡਾਇਆ। ਫਿਰ ਉਹ ਝਗੜਾ ਹੁੰਦਾ ਹੈ, ਕਲੇਸ਼ ਪੈਂਦਾ ਹੈ, ਮਾਂ ਪਿਓ ਭੈਣ ਭਰਾ ਇੱਕ ਦੂਜੇ ਦੁਖੀ ਹੋ ਜਾਂਦੇ ਨੇ। ਅਤੇ ਮਾਰੇ ਕਹਿੰਦੇ ਨੇ, ਨਾਨਕ ਵਿਣ ਨਾਵੇਂ ਤ੍ਰਿਗ ਮੋਹ ਹੈ। ਆਂਦੇ ਇਹਨਾਂ ਨੇ ਮੋਹ ਕੀਤਾ, ਵਿੱਚ ਨਾਮ ਨਹੀਂ ਸੀ। ਜੇ ਨਾਮ ਦੇ ਨਾਲ ਜੁੜ ਕੇ ਚੱਲਦੇ ਤਾਂ ਇਹਨਾਂ ਦਾ ਪਿਆਰ ਪੈਂਦਾ, ਇੱਕ ਦੂਸਰੇ ਲੋੜ ਮਹਿਸੂਸ ਕਰਦੇ। ਲੇਕਿਨ ਇਹ ਤ੍ਰਿਸ਼ਨਾ ਚਲੇ ਗਏ, ਇਹ ਪਦਾਰਥਵਾਦੀ ਹੋ ਗਏ। ਇਹਨਾਂ ਦਾ ਪਿਆਰ ਪਦਾਰਥਾਂ ਦੇ ਨਾਲ ਪੈ ਗਿਆ। ਨਾਨਕ ਵਿਣ ਨਾਵੇਂ ਤ੍ਰਿਗ ਮੋਹ ਹੈ, ਜੇ ਤੰਤ ਦੁੱਖ ਪਾਇਆ। ਅਤੇ ਅਖੀਰ ਫਿਰ ਉਹ ਮਰਾ ਜਾਂਦੀ ਹੈ। ਵਡੇਪਾ ਉਦੋਂ ਦੁਖੀ ਹੁੰਦੇ ਨੇ, ਪੇਸ਼ ਕੋਈ ਨਹੀਂ ਚੱਲਦੀ।
इस करके महाराज कहते ने अपनी अकल का इस्तेमाल करना सीखो। असी कित्थों आए हाँ, अपना घर किहड़ा है बुझो ते अपने संगियां साथियों नूं दसो। ऐसी अवस्था विच ना चले जाओ कि संसार दे विच विचरदे महाराज कहते ने हौली हौली कैसी अवस्था बन गई, ये रजोगुण ते ही मन रह गए। इन्ना कर्म नूं दृढ़ कर लिया, पिछलियां नूं भी भुलदे गए। जो मुए से पाशे परे, जो उभरे सो बंद लक खड़े, जह धंधे में ओ लपटाए, उन ते दुगड़ दिड़ी ए नमा है। जिथे वो फस के चले गए, उन्होंने वाल वेखते वेखते ज़्यादा फस गए, अगले होर फस गए। वो आंदे उन्होंने इन्नी मेहनत असी होर करिए, फसते गए, निकलने का रस्ता नहीं लभ्या। जिहड़े फसे ने उन्होंने फसन दीयां सलाहां देनियां शुरू कर दित्तियां, जिहड़े निकले ने उन्होंने इथों निकल की सलाह देनी है, पर निकल की सलाह कोई एक अद्धा ही दिंदा है। फासन की बिद सब कोई जाने, छूटन की आद को। इथों निकलना किवें है ये तुहानूं कोई नहीं दसेगा सवाई गुरु तो। फसना किवें है ये सारे सलाह देणगे, रजोगुण दी होवे तमोगुण दी होवे, ये हर कोई सलाह देगा। चौथे पद विच किवें प्रवेश होना है कदी किसी ने दसिया होवे। कोई भैन आई होवे कोल, कोई भरा आया होवे, कोई संगी आया होवे, कोई असली सज्जन वो है जिहड़ा इथों निकलण वास्ते सानूं दसदा है। तो फसन का तो सारे दस रहे हैं। तो फसदे होए जीव इन्ना फस गए, आंदे कर कर थाके वड्डे वडेरे, किन्ही ना किए काज माया पूरे। थक जाते ने आस कर, लेकिन ये कर्म नहीं रुकदा, ये तृष्णा वधदी जाती है। इन्हां नूं हुण चेता भुल गया भी असीं की करना आए सी, इन्ना बोझ पै जाता उपर। कई दफ़ा तुसीं देखदे ना मैंटली तौर पर भी जीव थोड़ा जिहा प्रैशर विच हो जाए, उन्होंने चेता भुलन लग जाता है। कईयां नूं नींद घट आउंदी है। माया का यह भी एक तरह का उहदे असर हुंदा है शरीर के उपर, विचारां दा। ते मन के उपर ऐसा चेता ऐसा असर होया तैनूं चेता भुल गया। हुण 100 दे विचों भी कोई शायद एक अद्धा ही होएगा जिन्होंने चेता होएगा भी संसार में उन्हें आया तो की करने वास्ते आया, तो कित्थे जाना है। कवन काज सिरजे जग भीतर, जन्म कवन फल पाया, भाव निध तरन तारण चिंता मन। एक निमख ना ये मन लाया, आंदे जिहड़े काम आए सी ना वो नहीं किया, ते दूसरे का काम किया, तो की हो गए। आंदे गोविंद हम ऐसे अपराधी, जो भी किया अपराध किया, माड़ा काम किया, इहदी सज़ा मिलेगी दरगाह दे विच। भावें अपने आप नूं कोई कहे मैं किन्ना चंगा किया, आंदे नहीं चंगा किया, क्योंकि नाम नूं छड्ड दिता। नाम नूं छड्ड के जिन्ना मर्जी चंगा काम कर लो, दरगाह दे विच वो कहंदे प्रवान नहीं है। जिन्नी नाम वसारिया बहु कर्म कमावे होर, नानक जंपर बदे मारिए ज्यों सन्नी उपर चोर। आंदे ये भावें कोई चंगा भी कर लो, तो कीती तो चोरी है दूसरे के घर विच, ते चोर किया चंगा क्यों होए। आंदे चोर जो भी करता है वो चंगा नहीं हुंदा, उन्होंने चंगा नहीं कहा जाता। तो चोर दे काम नूं चोर ही चंगा कहेगा, मूर्ख दे काम नूं मूर्ख ही चंगा कहेगा, सियाणा नहीं कहेगा। जे दा बच्चा चोरी करके आवे तो माँ प्यो झिड़कते ने, कई दफ़ा जे उन्होंने नहीं ज्ञान तो कई नहीं भी झिड़कते, उन्होंने होर हल्लाशेरी मिलती है। हुण ऐसी अवस्था दे विच बहुत सारे जीव चोरी कर रहे हैं, इत्थे नाम नूं छड्ड दिता है। तो चोर की गल नूं चोर ही चंगा कहेगा। चोर सियाणा खोटे का मुल एक दुगाना, चोर किया चंगा क्यों होए, चोर की हामा परे न कोय।
गुरु जिहड़ा है वो भी चोर की हामन नहीं भरदा, क्योंकि उन्होंने पता है जो कर रहा है ये चोरी करता पिया है। चोरी कर मैं जां किछ लिया तां मन पल्ला पाया, हलत न सोभा पलत न टोई ऐला जैनू गवाया। चोरी करता है पदार्थां नूं प्राप्त कर लैंदा ते बड़ा खुश हुंदा है। हुंदे फिर की होया, कर ले ते दरगाह दे विच तां तैनूं थां मिलेगी नहीं, वो तो देख रहे ने। गुरु हामी नहीं भरेगा। ये हुण चोर की गल चोर इस लाग है भी बड़ा तकड़ा बड़ा वधिया, जिस हुण कई कहते हैं वो वेखो की कर रहा है, उन्हें कितना कुछ जोड़ लिया की कर लिया। वो चोर की हल्ला शेरी चोर ही कहता है। तो गुरमुख की कहेगा, वो कहना भी चोरी की हो रहे ने की किया, भावें किड्डा वड्डा भी ये दुनियादार हो जाए तो की होएगा। वड्डा होवा दुनीदार गल संगल घत चलाया। होर 10 दिनों नूं चेता भुल जाएगा, वह 10 के दिन चेता रखणगे भुल जाएगा। जदों सारा इधरों उधर बदल गया, ये माया भी अपना रूप बदल देगी। ये सारी उम्र उहदे नाल ठगी मारती रही, जदों दे छड्ड गया इहनूं साਂਭਣ वाला कोई होर हो गया। जदों दूसरे ने सांभ लिया तो चेता आना ही नहीं। जदों सारा नाम पढ़ना उधरों उधर हो गया तो वो कहते ने हुण फिर मारे ने क्या, आंदे खसम मरे ते नार न रोवे। ये माया ऐसी औरत है जदों इहदा मन पति इहनूं छड़ जांदा है, ये दूसरे दे नाल जुड़ जाती है। खसम मरे ते नार न रोवे, उस रखवारो औरो होवे। रखवारे का होए बनास, आगे दुख इहां भोग बलास। इत्थे वो ये खच तरिया, अगे फिर दुख भोगदा है। तो कादी सियाणप है, वो तो कोई अकल ना होई। इस करके महाराज सच्चे पातशाह ने यह दसिया, जिस हुण कई दफ़ा बहुत सारे जी भी दुनियावी ही अकल नूं अकल मनदे ने, तो कई मनुखों के नालों ज़्यादा ज्ञान महाराज ने दुनियावी तौर पर जानवरों नूं दिता होया है, पंछियों नूं दिता होया है। आंदे ने असीं आर्कीटैक्ट बड़े तगड़े हाँ। हुण पंछी इहो जिहा कई बना लैंदे ने, तुसीं देखिआ कई आलना इहो जिहा बनाउंदे ने, कोई बना ही नहीं सकदा इहो जिहा। दुनियावी तौर पर तो उन्हां नूं बड़ा ज्ञान है। अपने बच्चों नूं किस तरह रखना है, ठंड में किस तरह बचाउणा है, गर्मी में किस तरह रखना है, सारिआं नूं सोझी दित्ती हुई है। आ गालड़ ने इत्थे अपने रजाइयां ने, और रजाइयां चों सारा रूह ही कढ के लै गए। उन्हां नूं किन्ना ज्ञान दिता होया, वो अपना आलना बना लैंदे ने। कौन दे रहा उन्हां नूं? माया ने दृढ़ किया रहण वास्ते। ते इहो ही ज्ञान मनुख ने दृढ़ कर लिया, तो वध की कीता उहदे नालों। आके मैं बड़ा साफ सफाई विच रहना, मैं बड़ा वधिया बना लिया, तो उहदे घर नूं जाण दा रस्ता तो तैनूं लभा नहीं, घर का तो तेनों पता नहीं लगा अपने का, तो काहदी अकल है। इस करके महाराज सच्चे पातशाह कहन लगे भी अकल शुरू होंदी है जदों असीं अपने घर नूं जाण दा रस्ता लभ लैंदे, अपने घर आउणा जाना बना लैंदे हाँ। ये अकल किसी काम की नहीं, ये जीवन व्यर्थ जा रहा है। तो की ने गोबिंद हम ऐसे अपराधी, जिन प्रभ जीओ पिंड थदिया। जिन्हों ने यह मौका दिता, मान जामे विच भेजिया, ताकि भाव भगत नहीं साधी। उहदे नाल तां प्यार नहीं किया, अपने असली माता पिता दे नाल, निरंकार दे नाल, उहदे नाल ते असीं जुड़ के नहीं रहे, उहदी तां भगती नहीं की। उस असीं पढ़ी जाते हाँ रोज़ बाणी च, फिरत प्रभ आया, परया तो सरन आया, नानक की प्रभ बेनती अपनी भगती लाए। पढ़िया जरूर, बेनती की, तो जिथे जाके भगती शुरू होंदी है उथे तो एक पल भी टिकाऊ नहीं किया। जिन प्रभ जीओ पिंड थदिया, जिन्हें मौका दिता ताकि भाव भगत नहीं साधी। हुण जिन्हां दे नाल असीं प्यार करना शुरू कर दिता मोह दे विच आके, तो इन्हां ने तो साडे वास्ते कोई मालक नूं बेनती नहीं की भी इन्हां नूं मौका दिओ, मान सम्मान दिओ।
तो जां कल नूं आपां देह छड्ड के जावांगे तो कोई साडे मगर आएगा? आएगा ही नहीं कोई मगर। वाल्मीकि जी का इत्थों ही जीवन बदलिया, क्योंकि जदों आपां किसी गुरमुख की गल ध्यान नाल सुन लैंदे हैं जीवन बदलदा। उन्हां दा जीवन बदलिया, संत मिले, वो अपने परिवार की खातर इस तरह रजोगुण के उपर चलते सी ते रजोगुण ते चलदियां कई तरह के कर्म करते सी। ते गुरमुखां ने पुछया भी जिन्हां दी खातर कर रहे हो वो तुहाडे नाल मदद करनगे, उत्थे चलेगा कोई नाल? तो आंदे क्यों ना चलणगे, पुछ लो। पुछण गए तो सारिਆਂ ने ना कर देती। आंदे भी असीं नहीं चल सकते, तेरे संजोगी हाँ, तेरी मर्जी है, भावें जिथों मर्जी लिया, असीं किवें मदद करांगे उत्थे? सानूं तो आप नहीं पता, कर ही नहीं सकते। उदों तो ही उहदा जीवन बदल गया भी जे मैं जिहदी खातर इन्ना उच्चा नीचा कर रहा हाँ, वध घट कर रहा हाँ, तो यही मेरा साथ नहीं दे रहे, तो मैं इन्हां दी खातर क्यों अपना जीवन छड्डां? ते पर आपां बहुत सारे जीव नहीं समझते। ते महाराज सच्चे पातशाह समझाउंदे ने कि दीन के दुनी के तोसे दीन न जाए। दुनिया की खातर अपना दीन नहीं गवाउणा चाहिए, धर्म का रस्ता नहीं छड्डना चाहिए। ये धर्म नूं दीन कहिंदे ने। ते जे ये दुनियावी थोड़ियां जिहियां गल्लां की खातर ये छड्ड दिता, आंदे ने अपने पैर आप कुहाड़ा मारन लगे। दीन गवाया दुनी स्यों, दुनी न चाली साथ, पाए कुहाड़ा मारिया गाफल अपने हाथ। ऐसी अवस्था दे विच जदों वो आंदे ने तुसीं की कीता अज तक? जिन्हें भेजिया उहदे नाल प्यार नहीं कीता ते कित्थे तुरे फिरदे रहे। हुण तुसीं किसी नूं काम भेजिया होवे, वो होर ही चक्कर कटदा फिरे, तुसीं पिछों संपर्क करो। वो आंदे ने भी तैनूं काम किहड़े भेजिया सी, हाले तक मुड़िया ही नहीं करके तूं, काम तो पूरा नहीं होया, की करदा फिरदा? वो आंदे काम तो कीता नहीं, जिहड़े कारज भेजिया सी होर पासे तुरिया फिरदा रहा। की करदा रहा? पर धन परती निंदा, ये अपवाद न छूटे। दूसरे वाल देखदा रहा, दूसरे की निंदा करदा रहा, वाद विवाद में चला गया। तो कैसी अवस्था में महाराज सच्चे पातशाह की कहते हैं, जिन प्रभ जीओ पिंड थदीया ताकि भाओ भगत नहीं साधी, पर धन परती निंदा, ये अपवाद न छूटे, आवा गवन होत है फुन फुना, ये प्रसंग कदे ना टूटे। आंदे जे तू इधर नूं चलदा रहा, ये आवा गवन का चक्कर तेरा कभी खत्म ही नहीं होगा। तू अपनी अकल का इस्तेमाल ही नहीं कर सकिया, तू अपने ज्ञान का इस्तेमाल ही नहीं कर सकिया, तेरा जीवन व्यर्थ चला गया। जिथे कोई तेनों काम की गल दसी जाती उत्थे तू बैठा नहीं। जह घर कथा होत है संतन, मैं निमख न कीनो फेरा, उथे तो कभी बैठा नहीं जिथे तेनों काम की गल दसनी सी। ते जिथे ये पंजां दा खेल चलदा सी, पंज दूत जिथे ये प्रबल रहिंदे सी, तीन संग बसेरा, उथे सारा दिन ही तुरया फिरदा रहा, क्योंकि माया ने दृढ़ी तेनों ये कराया होया। इस करके तेरे कोल मौका है, जे हुण तू वापस जाना चाहुंदा तो अपनी अकल का इस्तेमाल करना सीख लै। फिर जदों गुरु की शरण में आउंदा है तो गुरु फिर उसनों ये बंधन कट्टण वास्ते उपदेश दिंदे ने भी ये जिहड़े बंधन ने, माया की अकल है, इनू त्याग दिओ, छड्ड दिओ ते गुरु की मत लो। पहली अवस्था विच आंदे ने बड़े बड़े सियाणे भी डुब गए ने, अपने आप नूं समझण वाले। धनंतर वैद दा सुनिया होगा तुसीं, बहुत वड्डा वैद सी धनंतर वैद, हौमे में चला गया, काल ने ग्रस लिया, निकल नहीं सकिया। ते मारे कहंदे ने गुर की मत तो ले ये अन्ने, भगत बिना
बहुत डूबे सियाने। अपने आप को सियाने समझण वाले भगती तो बिना डुब गए, खत्म हो गए न। तो सुखी वो ही होए ने जिन्हां ने पार ब्रह्म की शरण में जाके ਉਹਦੇ ਨਾਲ प्यार पा लिया, वो सुखी हो गए। तो कौन सुखी होया? सुखी बसे मस्किनियाँ आप निवार तले, बड़े बड़े अहंकारिया नानक गर्भ गले। आंदे ने बड़े बड़े हंकारी वो माया के गर्भ दे विच आवागमन के चक्कर में चले गए तो गलदे पए ने। परमात्मा हुक्म ही ऐसा दे दिंदा है धरती नूं ते आकाश नूं भी इन्हां नूं गर्भ दे विच ही रखो, कई कई जोना गर्भ दे विच ही मार दे उसनूं। खोटो पुठो राली है बिन नामे पत जाई है, गर्भ दे विच ही ने, माया के गर्भ दे विच। उधरों उधर दे 84 लाख दे उन्हां नूं उत्थे रखिया जांदा है, निकलने नहीं दिता जाता। बड़े बड़े अपने आप को समझण वाले। इस करके कहते इस मत का त्याग कर दिओ, जे सुख लेना चाहते हो तो माया की मत नूं छड़ दिओ। बहुत सियाणप आगल भारा, जे ये सियाणप रखोगे तो तुहाडा आगा भारा हो जाएगा, तुहानूं अगे थां नहीं मिलेगी। तो की करो? तजहो सियाणप सुरजनो सिमरो हर हर राय। भी ये जिहड़ी सियाणप है माया की दृढ़ की हुई, इनू छड़ दिओ। तो किवें छड्डी जाएगी? औखी है छड्डनी। मन की मत त्यागो हर जन, यह बात कठैनी है औखी। पर कहते जे छड़ दोगे, नाम नूं त्यागोगे, गुर सतगुर की मत लैनी। जे सिमरन करोगे ये हौली हौली छुट, ये आदत छुट जाएगी, ये माया की आदत तुहाडी छुट जाएगी। तुसीं आप स्टैंड हो जाओगे तो आप फैसला लैण दे काबल हो जाओगे। जो अपनी जोत का इस्तेमाल करोगे तुसीं आप देखोगे तुहाडे हित विच की है। माया नहीं तुहानूं नचा सकेगी जिस तरह सारे संसार नूं नचा रही है। आंदे फरीदा धुनी वजाई वजदी, तू भी वजे नाल, सो जियो ना वजदा, जिन अल्लाहों करदा सार। जिहड़ा अंदरों जुड़ गया, जाग पिया, माया नहीं भजा सकेगी उसनूं। तो इस करके कहन लगे की करना पेगा? इनू छड्डण वास्ते सिमरन करो। ये भैड़ी मत जे, तजहो सियाणप सुरजनो। ये जिन्हों तुसीं सियाणप कहिंदे हो, ये भैड़ी मत है। असल विच ये सियाणप नहीं है, इनू छड्ड दिओ। सियाणप नूं छड्डण वास्ते कहिंदे ने महाराज, ये जिहड़ी माया की दृढ़ की हुई है, ये मेरा शरीर है, ये मेरा घर है, ये मेरा परिवार है, ये मेरा संसार है, आ मेरा कर्म है। जिस इन्ना दृढ़ कर लिया तो ऐसी अवस्था में जीव जिहड़ा है वो लड़न ते मरण तक चले जाता है। कहंदे इसनूं छड्डो। तजहो सियाणप सुरजनो, सिमरो हर हर राय, एक आस हर मन रखो, नानक दुख भरम भाओ जाए। पहला तो तुहाडा जन्म मरण का दुख दूर हो जाएगा पहला, फिर ये माया का भरम दूर हो जाएगा। भरम भी जिहड़ा तुसीं देख रहे हो ये मेरा शरीर है, एक भरम है। दरअसल शरीर अपना नहीं है, ये माया का है। तो फिर डर खत्म हो जाएगा। जिस तरह लोगों को बहुत सारे जीव जिहड़े ने मन, उन्होंने आने वाले समय का डर सताउंदा रहिंदा है। भविख की चिंता नूं लैके डरी जाते हैं, की होएगा कल नूं पता नहीं की हो जाएगा। भाव दे विच ने ये डर, ये चिंता रहत हो जाओगे, खत्म हो जाएगा। ये तीन चीज़ां खत्म हो जाएगियां, दुख भरम भाव सब जाए। तो किवें होएगा? इस सिमरन करना पएगा। आओ हुण आपां भी इस रस्ते ते चल ही रहे हैं सारे जने, और नाल नाल जिहड़े इस भरम दे विच है उन्हां नूं आपां हैल्प देनी है, मदद करनी है इथों निकलन। तो अपनी अकल का इस्तेमाल करना सीखन, कला का इस्तेमाल करना सीखन, तो अपने घर जान, तो सुखी ते आनंद विच रहन। तो इहदा बेस कित्थों शुरू हुंदा है? सिमरन तो।
इस माया की मत नूं छड्डण वास्ते। आओ किवें सिमरन करना है। सारे जने रिलैक्स हो जाओ। आप ही बोलना, आप ही सुनना। आपस को आपे आदेश, त्रह गुण में नाही प्रवेश। सहज आपां सिमरन करांगे, फिर हौली हौली शरीर नूं छड्डदे जाना है, शब्द नूं पकड़दे जाना है, तो गगन दे विच चले जाना है सारिਆਂ ने। जब शब्द तेज हो जाए तो सारा ध्यान गगन में चले जाओ सारे। आओ करो शुरू। वाहिगुरू वाहिगुरू। गुरु वाहिगुरू 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 वाहिगुरू। कि इस माया वालों दी हुई मत का त्याग करते हुए गुरु की मत के रस्ते चलते चलते असी अपने घर प्रवेश होना है। जदों आप ऐसा अभ्यास करते जावांगे, ये जिथे त्रै गुण ने इन्हों मन छड्डदा जाएगा, आप आउण सम हो जाएगी। जोग जुगत घट सेध कर पवना ठहराए। जिमें जिमें इस पाउन नूं पार करते जावांगे तो ध्यान साडा अंतरगत हो जाएगा। निज सुन समाध लगाए के अनहद लिवलाए। ते अनहद जिथे जाके समाउंदा है गगन विच, उथे ध्यान लाउण दे नाल तब खट चकरा सहजे कुरे। गगना कर छाए, ध्यान गगन में चला जाएगा ऊपर। तो जिथे जाके शब्द समाएगा तो जोत प्रगट हो जाएगी। तब दरगे मुख उजले पत स्यों कर जाए। तैसा गुरमुख फिर अपनी वो कला जिहड़ी है इस्तेमाल करते अपने घर विच आउणा जाना बनाउंदे ने। इधर जो संसार में आउंदे ने अपनी कला का इस्तेमाल करते हैं। वो माया नूं वख कर लेंदे ने ते ब्रह्म नूं वख कर लेंदे ने। माया नूं वख करके ब्रह्म दे विच ध्यान लाउंदे ने। ब्रह्म दे मुख चों निकली आवाज़ नूं पकड़दे ने ते ब्रह्म की उस्तत दे उपर लग जांदे ने। उन्हां दे माया आग्याकारी हो जाती है। इत्थे विचरते हुए वापस घर चले जाते हैं। तो पातशाह कहते ने आवन जावन एक खेल बनाया, आग्याकारी किन्नी माया। आउंदे ने इस इलाके विच, माया उन्हां दे उपर अपनी मत नहीं थोपदी। वो अपने ज्ञान का इस्तेमाल करते हैं। बारंबार माया पे अटके लै नरजा माना तोले देव। इथों स्वास आंदा है तो उन्होंने अपनी जोत का इस्तेमाल करना तो देखना
कि हुण माया के घर दे विच जाण दी लोड़ है। जे लोड़ है तो शब्द राहीं जाना, उथे हुक्म दे के फिर वापस आ जाना। ऐसी अवस्था में चले जाते बारंबार माया पे अटके, ले नरजा मन तोले देव। माया उन्हां ते छेती वलेवा नहीं पाउंदी। इस इलाके दे विच आके भी उन्हां दी लिव इस नाम दे नाल जुड़ी रहिंदी है। ते उन्हां बारे आपां पढ़दे हां, कहो नानक गुर प्रसादी, जिन्हां लिव लागी तिन्ने विचे माया पाया। इस लोक विच भी आउंदे ने, पर ऐसे तल दे उपर रहिंदे ने जिथों तक शब्द की आवाज़ सुनाई दिंदी है। अपनी जोत का इस्तेमाल करते हैं, ब्रह्म देखते हैं, ब्रह्म बोलते हैं तो ब्रह्म सुनते हैं। उन्होंने फिर गुरबाणी दे विच ज्ञानी कह दिता है। तो उन्होंने ज्ञानियों ने इस माया नूं जित्तिया हुंदा है, उन्हों दे उपर प्रभाव नहीं पाउंदी। तो पातशाह समझाउंदे, कहंदे ज्ञानी नानक ज्ञानी जग जीता। उन्हें इस माया नूं जित लिया, जग जीता सब कोए। उन्होंने उस माया नूं जित्या जिस माया ने सारे संसार नूं जित्या होया है। ते सारियां दे उन्हें इहो ਜਿਹੇ हालात पैदा कर दिते ने कि अज सारे ही मन दुखी ने, इन्ने मन परेशान हो चुके ने सारे। ते उस माया नूं उन्होंने जित लिया। ते आम जिहड़ा जीव जदों आउंदा है, जे उसनूं अपनी जोत दा इस्तेमाल करना नहीं आउंदा, इधर आउंदा है, इधर माया दा हुण खेल चलदा ते किस्सा उहनूं भरम दे विच पा लैंदी है। मारे सच्चे पातशाह दी निशानी दस्से ने, किस्सां दा खेल हो रहा है संसार दे विच। ये किस्सां दा खेल है, किस्सा मन नूं भरमाउंदे ने, ये माया किस्सा भरमाउंदी है। ज्यों ही इधरों प्रवेश हुंदे हाँ, पाउण दा संतुलन विगड़ जाता है। इकत पत्थर पर उरकट कुरकट, इकत पत्थर पर पानी। एक पासे रजोगुण दीयां लहरां चल पैंदियां ने, एक पासे तमोगुण दीयां लहरां चल पैंदियां ने। आस पास 5 जोगिया बैठे, बीच नकट दे राणी। ज्यों ही ये लहरां चलदियां ने ते ये जिहड़े 5 ने वो प्रबल हो जाते हैं, वो खड़े हो जाते हैं। ते माया जिहड़ी है वो खेल करना शुरू कर देंदी है। इकत पत्थर पर उरकट कुरकट, इकत पत्थर पर पानी। आस पास 5 जोगिया बैठे, बीच नकट दे रानी। नकटी को ठणगण बाढ़ा ढूं। जिहड़े गुरमुख ने वो जदों प्रवेश होंदे ने ते पौन सम कर लेंदे ने। किन्हे विवेकी काटी तो, जिहदे कोल विवेक ज्ञान है, विवेक बुद्ध है, उन्होंने पता कि खेल ही इत्थों शुरू होना है माया का। वो की करते हैं, जदों इधर प्रवेश होने तो पहला इनू सम कर लेंदे ने। आउंदे ने कानों काटी नाको काटी, काट कूट के डारी। कहो कबीर संतन की बैरन, 3 लोक की प्यारी। ये जिहड़े 3 गुणां दे विच वसन वाले जीव ने, इहदे नाल प्यार करते हैं। इन्ना प्यार कर बहिंदे ने, आखिर इन्हां नूं दुखी करती है। इहदे विच खचत हो के ही वो अपना जन्म गवा लैंदे ने। ये आपां अगली दफ़ा विचार करांगे किस तरह मनमुखां नूं ये माया फिर खा जाती है, बगैर दंदां तो उन्हां दा जीवन व्यर्थ कर दिंदी है। तो गुरमुख इस तरह बजदे ने, वो आपां हुण सिख रहे हाँ। हुण आपां घरां दे विच विचरना है, परिवारां विच विचरना है। ये सारा माया का ही खेल है। ये जिथों पाउण दा शरीर दे नाल संपर्क शुरू होंदा, इथों माया शुरू हो जाती है। तो पाउण दे तल ते जदों आपां आउणा है, साडे कोल शब्द होना चाहिए है, बगैर शब्द तो नहीं आना। इस करके तो जदों चलना उन्नी क दूर जाना जिथों तक शब्द की आवाज़ सुनाई दिंदी रहे। बाद विच नहीं तुसीं कह सकते भी साडे नाल धोखा हो गया,
ਅਸੀਂ ਪਕੜੇ ਗਏ ਜਾਂ ਪਰੇਸ਼ਾਨ ਹੋ ਗਏ, ਉਹ ਤਾਂ ਕਾਲ ਦੀ ਡਿਊਟੀ ਹੈ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਕਾਲ ਨੇ ਕੋਈ ਨਾ ਕੋਈ ਪਰਚਾ ਪਾ ਕੇ ਰੱਖਣਾ ਹੈ। ਇਸ ਕਰਕੇ ਗੁਰਮੁਖ ਪਹਿਲਾਂ ਹੀ ਅਗਾਹ ਕਰਦੇ ਨੇ, ਓਨੀ ਕੁ ਦੂਰ ਜਾਓ ਜਿੱਥੋਂ ਤੱਕ ਸ਼ਬਦ ਸੁਣਾਈ ਦਿੰਦਾ ਹੈ, ਅਤੇ ਸ਼ਬਦ ਨੂੰ ਸੁਣਦੇ ਸੁਣਦੇ ਵਾਪਸ ਆਪਣੇ ਘਰ ਆ ਜਾਓ। ਆਪਣੀ ਅਕਲ ਕਲਾ ਦਾ ਇਸਤੇਮਾਲ ਕਰਨਾ ਸਿੱਖੋ। ਐਵੇਂ ਹਥਿਆਰ ਨਾ ਛੱਡੋ, ਐਵੇਂ ਦੁਖੀ ਨਾ ਹੋਵੋ, ਐਵੇਂ ਆਪਣੇ ਜੀਵਨ ਨੂੰ ਦੁੱਖਾਂ ਦੇ ਵਿੱਚ ਨਾ ਪਾਓ, ਕਿਉਂਕਿ ਪਰਮਾਤਮਾ ਕਿਸੇ ਨੂੰ ਦੁਖੀ ਨਹੀਂ ਕਰਦਾ। ਇੱਥੇ ਕਈ ਦਫਾ ਹੁੰਦਾ ਨਾ, ਜੀਵ ਦੁਖੀ ਆਪ ਹੁੰਦੇ ਨੇ, ਮਾਇਆ ਦੁਖੀ ਕਰਦੀ ਹੈ ਉਹਨਾਂ ਨੂੰ, ਅਤੇ ਉਹ ਨਾਂ ਲਾਉਂਦੇ ਨੇ ਪਾਰ ਬ੍ਰਹਮ ਦਾ, ਪਰਮਾਤਮਾ ਦਾ। ਵੇਖੋ ਪਰਮਾਤਮਾ ਨੇ ਸਾਨੂੰ ਕਿੰਨਾ ਦੁੱਖ ਦਿੱਤਾ ਹੈ। ਕਈ ਸਮਝਦੇ ਨੇ ਗਰੀਬੀ ਦੁੱਖ ਹੈ, ਉਹਨਾਂ ਨੂੰ ਮਾਇਆ ਨੇ ਭਰਮ ਹੀ ਐਸਾ ਪਾ ਦਿੱਤਾ। ਗਰੀਬ ਹੋਣਾ ਕੋਈ ਦੁੱਖ ਨਹੀਂ ਹੈ, ਘੱਟ ਧਨ ਪਦਾਰਥ ਹੋਣੇ ਕੋਈ ਦੁੱਖ ਨਹੀਂ ਹੈ, ਇਹ ਤਾਂ ਖੇਲ ਹੈ ਉਸ ਦਾ। ਆਪਾਂ ਵਿਚਰਦੇ ਹਾਂ ਜਿੱਥੇ ਜਿੱਥੇ ਸੰਜੋਗ ਹੈ ਆਪਾਂ ਆਉਣਾ ਹੈ। ਕਿਤੇ ਬਹੁਤੇ ਧਨ ਵਾਲੇ ਕੋਈ ਸੁਖੀ ਨਹੀਂ ਹਨ, ਦੁਖੀ ਉਹ ਵੀ ਨੇ, ਉਹਨਾਂ ਦੇ ਅੰਦਰ ਵੀ ਮਾਇਆ ਹੈ। ਕਈ ਦਫਾ ਜੀਵ ਇਸ ਤਨ ਕਰਕੇ ਦੁਖੀ ਹੋ ਜਾਂਦੇ ਨੇ ਕਿ ਸਾਨੂੰ ਪਾਰ ਬ੍ਰਹਮ ਨੇ ਰੋਗ ਲਾਇਆ ਹੋਇਆ, ਪਰਮਾਤਮਾ ਨੇ ਰੋਗ ਲਾਇਆ ਹੋਇਆ। ਪਰਮਾਤਮਾ ਸਾਡੇ ਮਨ ਦਾ ਲੇਖਾ ਲਿਖਦਾ ਹੈ ਅਤੇ ਮਨ ਨੂੰ ਸਜ਼ਾ ਮਿਲਦੀ ਹੈ, ਪਰ ਉਹ ਸਜ਼ਾ ਮਨ ਨੂੰ ਉਸ ਦੇਸ਼ ਵਿੱਚ ਮਿਲਣੀ ਹੈ ਜਿੱਥੋਂ ਦਾ ਇਹ ਰਹਿਣ ਵਾਲਾ ਹੈ। ਦੂਸਰੇ ਦੇ ਦੇਸ਼ ਵਿੱਚ ਨਹੀਂ ਸਜ਼ਾ ਮਿਲਦੀ। ਹੁਣ ਤੁਸੀਂ ਆਮ ਹੀ ਦੇਖ ਲਓ, ਆਪਣੇ ਇੱਥੋਂ ਭਾਰਤ ਜਿਹੜਾ ਦੇਸ਼ ਹੈ, ਇੱਥੋਂ ਕਈ ਲੋਕ ਜਿਹੜੇ ਨੇ ਕੋਈ ਕਰਪਸ਼ਨ ਕਰਕੇ ਚਲੇ ਜਾਂਦੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ, ਇੱਥੋਂ ਦਾ ਧਨ ਲੁੱਟ ਕੇ ਲੈ ਗਏ, ਬਾਹਰਲੇ ਦੇਸ਼ਾਂ ਦੇ ਵਿੱਚ ਉਹ ਆਜ਼ਾਦ ਘੁੰਮ ਰਹੇ ਨੇ। ਉੱਧਰਲੇ ਦੇਸ਼ ਉਹਨਾਂ ਨੂੰ ਸਜ਼ਾ ਨਹੀਂ ਦੇ ਰਹੇ ਪ੍ਰੋਟੋਕਾਲ ਦੇ ਆਧਾਰ 'ਤੇ, ਕਿਉਂਕਿ ਇਸ ਦੇਸ਼ ਦਾ ਧਨ ਉਹਨਾਂ ਲੁੱਟਿਆ ਹੈ। ਇੱਥੇ ਆਉਣਗੇ, ਇੱਥੇ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ, ਉਹ ਨਹੀਂ ਦੇਣਗੇ, ਉਹ ਸਗੋਂ ਉਹਨਾਂ ਨੂੰ ਡਿਫੈਂਡ ਕਰਨਗੇ। ਤਾਂ ਉਹ ਕਈ ਇੱਧਰ ਆ ਹੀ ਨਹੀਂ ਰਹੇ, ਤੁਸੀਂ ਪੜ੍ਹਦੇ ਹੀ ਹੋ ਖਬਰਾਂ, ਕਈ ਜਾ ਕੇ ਬੈਠੇ ਹੋਏ ਨੇ, ਕਈ ਉੱਧਰ ਸ਼ਰਨ ਲੈ ਲੈਂਦੇ ਨੇ। ਇੱਧਰ ਕੋਈ ਉਹਨਾਂ ਨੇ ਇਹੋ ਜਿਹਾ ਅਪਰਾਧ ਕੀਤਾ, ਦੂਜੇ ਦੇਸ਼ ਸ਼ਰਨ ਲੈ ਲੈਂਦੇ ਨੇ, ਉੱਧਰ ਆਜ਼ਾਦ ਘੁੰਮਦੇ ਨੇ, ਅਤੇ ਇੱਧਰ ਆਉਣ 'ਤੇ ਉਹਨਾਂ ਨੂੰ ਸਜ਼ਾ ਮਿਲੇਗੀ। ਇਸੇ ਤਰ੍ਹਾਂ ਇਹ ਮਨ ਇੱਥੋਂ ਦਾ ਰਹਿਣ ਵਾਲਾ ਹੀ ਨਹੀਂ ਹੈ। ਅਸੀਂ ਡਿੱਗਦੇ ਰਹਿੰਦੇ ਹਾਂ ਇੱਥੇ ਸਜ਼ਾ ਮਿਲੇ ਕਿਸੇ ਨੂੰ। ਇੱਥੇ ਕਈ ਦਫਾ ਮਨਮੁਖ ਨੂੰ ਸਜ਼ਾ ਨਹੀਂ ਮਿਲਦੀ ਅਤੇ ਅਸੀਂ ਆਖਦੇ ਹਾਂ ਲੈ ਉਹ ਤਾਂ ਨਜ਼ਾਰੇ ਪਿਆ ਲੈਂਦਾ ਹੈ, ਉਹ ਤਾਂ ਬਹੁਤ ਵਧੀਆ ਹੈ, ਉਹਨੇ ਕਿੰਨਾ ਮਾੜਾ ਕੀਤਾ ਅਤੇ ਉਹਨੂੰ ਤਾਂ ਕੁਛ ਹੋਇਆ ਹੀ ਨਹੀਂ। ਪਰਮਾਤਮਾ ਇੱਥੇ ਨਹੀਂ ਦੇਗਾ, ਉਹ ਦੇਖ ਰਿਹਾ ਹੈ। ਇਹ ਜਦੋਂ ਵਾਪਸ ਜਾਏਗਾ ਉਸ ਦੇਸ਼ ਵਿੱਚ ਇਹਨੂੰ ਸਜ਼ਾ ਮਿਲੇਗੀ। ਅਤੇ ਕਿਵੇਂ ਮਿਲਦੀ ਹੈ ਮਹਾਰਾਜ ਦੱਸੇ ਨੇ ਬਾਣੀ ਵਿੱਚ, ਕਹਿੰਦੇ ਇੱਕ ਆਵੇ ਇੱਕ ਜਾਵੇ ਆਈ, ਇੱਕ ਹਰ ਰਾਤੇ ਰਹੇ ਸਮਾਈ, ਇੱਕ ਧਰਨ ਗਗਨ ਮੇਂ ਠੌਰ ਨਾ ਪਾਵੇ, ਕਰਮ ਹੀ ਨਾਨਕ ਦੁੱਖ ਪਾਵੇ। ਫਿਰ ਇਸੇ ਤਿੰਨ ਅਵਸਥਾ ਦੇ ਵਿੱਚ ਜਾਂਦੇ ਨੇ ਜੀਵ। ਇੱਕ ਜਾਂਦੇ ਨੇ, ਆ ਜਾਂਦੇ ਨੇ, ਫਿਰ ਕਿਸੇ ਨਾ ਕਿਸੇ ਆਕਾਰ ਵਿੱਚ। ਇੱਕ ਜਾਂਦੇ ਨੇ, ਉੱਥੇ ਸੱਚ ਵਿੱਚ ਸਮਾ ਜਾਂਦੇ ਨੇ। ਇਹਨਾਂ ਨੂੰ ਫਿਰ ਉੱਥੇ ਰੱਖਿਆ ਜਾਂਦਾ ਹੈ, ਸਜ਼ਾ ਦੇ ਤੌਰ 'ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਉਸ ਦੇਸ਼ ਵਿੱਚ ਜੋ ਵਾਪਸ ਜਾਏਗਾ ਉੱਥੇ ਇਸ ਨੂੰ ਮਿਲੇਗੀ ਸਜ਼ਾ। ਜਿੰਨੀ ਦੇਰ ਤੱਕ ਇੱਥੇ ਹੈ, ਇੱਥੇ ਇਸ ਮਾਇਆ ਨੇ ਇਸ ਨੂੰ ਦੁਖੀ ਕਰਨਾ ਹੈ। ਮਾਇਆ ਨੇ ਦੇਖਣਾ ਹੈ ਕਿ ਇਹਦਾ ਪਾਰ ਬ੍ਰਹਮ ਨਾਲੋਂ ਪਿਆਰ ਟੁੱਟ ਗਿਆ, ਉਹ ਫਿਰ ਦੁਖੀ ਕਰਦੀ ਹੈ। ਕਿਸ ਚੀਜ਼ ਨਾਲ ਪਿਆਰ ਪਵਾ ਦਿੱਤਾ, ਫਿਰ ਇਹ ਗੱਲ ਖੋਹ ਲਈ, ਫਿਰ ਦੁਖੀ ਹੋ ਗਿਆ, ਫਿਰ ਦੂਸਰੀ ਚੀਜ਼ ਨਾਲ ਪਿਆਰ ਪਾਤਾ, ਫਿਰ ਖੋਹ ਲਈ। ਐਸਾ ਹੀ ਇਹਦਾ ਜੀਵਨ ਲੰਘ ਜਾਂਦਾ ਹੈ। ਕਦੀ ਉਹਨੇ ਕੋਈ ਚੀਜ਼ ਅੱਗੇ ਕਰ ਲਈ, ਪਿਛਾਂਹ ਕਰ ਲਈ, ਅੱਗੇ ਕਰ ਲਈ, ਇਹ ਉਹਨੂੰ ਦੇਖ ਦੇਖ ਕੇ ਦੁਖੀ ਹੋ ਜਾਂਦਾ ਹੈ। ਮੇਰਾ ਮੇਰਾ ਕਰ ਬਿਰਲਾ ਹੀ, ਮੇਰਾ ਮੇਰਾ ਕਰਕੇ ਰੋਂਦਾ ਹੈ। ਇਸ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸੇ ਨੇ ਕਿ ਜੇ ਇਹਨੂੰ ਆਪਣੀ ਕਲਾ ਦਾ ਇਸਤੇਮਾਲ ਕਰਨਾ ਆ ਗਿਆ, ਆਉਣਾ ਜਾਣਾ ਬਣਾ ਲਿਆ, ਫਿਰ ਇਸ ਖੇਲ ਨੂੰ ਜਿੱਤ ਜਾਂਦਾ ਹੈ। ਸੋ ਆਪਾਂ ਹੁਣ ਇਹ ਕਲਾ ਸਿੱਖਣੀ ਹੈ। ਇਹ ਕਲਾ ਸਾਨੂੰ ਉਦੋਂ ਮਿਲੇਗੀ ਜਦੋਂ ਸਾਡੀ ਲਿਵ ਨਾਮ ਦੇ ਨਾਲ ਜੁੜ ਗਈ, ਜੋਤ ਪ੍ਰਗਟ ਹੋ ਗਈ। ਫਿਰ ਆਪਾਂ ਨੂੰ ਮਾਇਆ ਵੀ ਵੱਖ ਭੇਦ ਲੱਗੇਗਾ, ਬ੍ਰਹਮ ਦਾ ਵੀ। ਫਿਰ ਸਾਨੂੰ ਦੱਸੇਗਾ ਵੀ ਕਿਸ ਤਰ੍ਹਾਂ ਆਪਾਂ ਵਿਚਰਨਾ ਇਸ ਸੰਸਾਰ ਵਿੱਚ। ਉਹਨੂੰ ਫਿਰ ਮਹਾਰਾਜ ਨੇ ਗਿਆਨੀ ਕਹਿ ਦਿੱਤਾ ਹੈ, ਗੁਰਮੁਖ ਕਹਿ ਦਿੱਤਾ ਹੈ, ਅਤੇ ਪੜ੍ਹਿਆ ਹੋਇਆ ਕਹਿ ਦਿੱਤਾ ਹੈ। ਅਤੇ ਉਹਦੇ ਕੋਲ ਪਾਤਸ਼ਾਹ ਕਹਿੰਦੇ ਬੈਠੋ, ਸੱਤੀ ਪੈਰੀ ਸਤ ਭਲਾ,
ਬਹੀਐ ਪੜ੍ਹਿਆ ਪਾਸ। ਜਿੱਥੇ ਤੁਹਾਨੂੰ ਕੋਈ ਕੰਮ ਦੀ ਗੱਲ ਦੱਸੇ ਉੱਥੇ ਬੈਠੋ, ਘਰ ਦੀ ਗੱਲ ਦੱਸੇ ਉੱਥੇ ਬੈਠੋ। ਅਤੇ ਉਸ ਅਵਸਥਾ ਵਿੱਚ ਗਿਆ ਹੋਇਆ ਜਿਹੜਾ ਮਨ ਹੈ ਉਹਨੂੰ ਫਿਰ ਜੇ ਕੋਈ ਪੁੱਛ ਲਏ ਅਤੇ ਤੂੰ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਨੂੰ ਪੁੱਛਿਆ ਕਿਸੇ ਨੇ, ਉਹ ਆਂਦੇ ਦੱਸੋ, ਆਂਦੇ ਕੀ ਦੱਸੀਏ, ਇੱਥੇ ਦਾ ਰਹਿਣ ਵਾਲਾ ਹੀ ਨਹੀਂ ਹੈ। ਨਾ ਮੋਹੇ ਛੰਨ ਨਾ ਛੱਪਰੀ, ਨਾ ਮੋਹੇ ਘਰ ਨਾ ਗਾਉਂ, ਮਾਤਾ ਹਰ ਪੁੱਛੇ ਕੌਣ ਹੈ, ਮੇਰੇ ਜਾਤ ਕੇ ਨਾਉ। ਆਂਦੇ ਮੈਂ ਇੱਥੋਂ ਦਾ ਰਹਿਣ ਵਾਲਾ ਨਹੀਂ ਹਾਂ, ਮੇਰਾ ਇੱਥੇ ਘਰ ਨਹੀਂ ਹੈ। ਕਿੱਥੋਂ ਦਾ ਰਹਿਣ ਵਾਲੇ ਹਾਂ, ਉਹ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਦੱਸਿਆ ਨੇ, ਗੁਰਮੁਖਾਂ ਨੇ ਦੱਸਿਆ। ਆਂਦੇ ਬਾਪ ਹਮਾਰਾ ਸਾਧ ਚਿਰੰਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਕੁਟੁੰਬ ਹਮਾਰਾ ਨਿਜ ਕਰਵਾਸੀ। ਅਸੀਂ ਨਿਜ ਘਰ ਦੇ ਰਹਿਣ ਵਾਲੇ ਹਾਂ ਅਤੇ ਸਾਡਾ ਮਾਤਾ ਪਿਤਾ ਜਿਹੜਾ ਸਦੀਵੀ ਹੈ, ਇੱਥੇ ਰਹਿਣ ਵਾਲਾ ਹੈ, ਉਹ ਸਾਡਾ ਮਾਤਾ ਪਿਤਾ ਹੈ। ਇੱਥੇ ਦੁਨਿਆਵੀ ਦੇ ਨਾਲੋਂ ਉਹ ਸਾਰਿਆਂ ਨਾਲੋਂ ਸਾਨੂੰ ਵੱਧ ਪਿਆਰ ਕਰਦਾ ਹੈ। ਜਿਨ੍ਹਾਂ ਨੇ ਉਹਦਾ ਪਿਆਰ ਦਾ ਆਨੰਦ ਮਾਣਿਆ, ਫਿਰ ਉਹਨਾਂ ਨੇ ਦੱਸਿਆ, ਆਉਂਦੇ ਗੁਸਾਈ ਮਹਿੰਡਾ ਇਠੜਾ, ਅੰਮ ਅੱਬੇ ਨਾਲੋਂ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੋ ਜਿਹਾ ਕੋਈ ਨਾਹੀਂ ਜਿਉ। ਆਉਂਦੇ ਉਹਦੇ ਵਰਗਾ ਤੇ ਕੋਈ ਨਹੀਂ। ਇੱਥੇ ਸਾਰਾ ਰਿਸ਼ਤਾ ਮੋਹ ਦਾ ਹੈ, ਮਾਇਆ ਦਾ ਹੈ, ਇਹਦੇ ਵਿੱਚ ਝੂਠਾ ਪਿਆਰ ਹੈ। ਉਹਦਾ ਪਿਆਰ ਇਹਨਾਂ ਨੂੰ ਕਈ ਗੁਣਾ ਵੱਧ ਹੈ। ਇਹਨਾਂ ਵਰਗੂ ਪਿਆਰ ਹੀ ਨਹੀਂ ਕਰਦਾ ਉਹ, ਉਹਦਾ ਪਿਆਰ ਕਰਨ ਦਾ ਤਰੀਕਾ ਹੀ ਹੋਰ ਹੈ। ਅਤੇ ਆਉਂਦੇ ਸਾਰਿਆਂ ਦੇ ਨਾਲੋਂ ਅਤੇ ਉਹਦੇ ਵਰਗਾ ਤਾਂ ਮੈਨੂੰ ਕੋਈ ਲੱਭਾ ਨਹੀਂ ਇੱਥੇ। ਹਰ ਜੈਸਾ ਪੁਰਖ ਨਾ ਲੱਭੇ ਹੀ, ਦੇਖਿਆ ਜਗਤ ਮੈਂ ਟੋਲੇ। ਉਹਦੇ ਵਰਗਾ ਕੋਈ ਵੀ ਨਹੀਂ ਹੈ, ਉਹਦੇ ਵਰਗਾ ਉਹ ਆਪ ਹੀ ਹੈ। ਇਸ ਕਰਕੇ ਉਹਦੀ ਕੀ ਉਪਮਾ ਕੀਤੀ ਜਾ ਸਕਦੀ ਹੈ ਵੀ ਉਹਦੇ ਵਰਗਾ ਤਾਂ ਕੋਈ ਹੋਰ ਹੈ ਹੀ ਨਹੀਂ ਹੈ। ਅਤੇ ਕਿਸ ਦੇ ਨਾਲ ਉਹਦੀ ਤੁਲਨਾ ਕਰੀਏ, ਕਰ ਹੀ ਨਹੀਂ ਸਕਦੇ। ਜਿਹਾ ਤੂੰ ਉਹੋ ਜਿਹਾ ਕਿਆ ਉਪਮਾ ਦੀਜੈ, ਕੀ ਉਪਮਾ ਕਰੀਏ ਉਹਦੀ, ਕੀ ਵਡਿਆਈ ਕਰੀਏ ਉਹਦੀ, ਕਿਉਂਕਿ ਉਹਦੇ ਵਰਗਾ ਤਾਂ ਕੋਈ ਹੈ ਹੀ ਨਹੀਂ ਹੈ। ਜਿਨ੍ਹਾਂ ਨੇ ਉਹਦੇ ਨਾਲ ਪਿਆਰ ਕੀਤਾ ਉਹਨਾਂ ਨੇ ਫਿਰ ਆਪਾਂ ਨੂੰ ਗੁਰਬਾਣੀ ਦੇ ਵਿੱਚ ਬਚਨ ਉਹ ਦੱਸੇ ਵੀ ਉਹ ਸਾਰਿਆਂ ਨੂੰ ਪਿਆਰ ਕਰਦਾ ਹੈ। ਇੱਕ ਵਾਰ ਉਹਦੇ ਕੋਲ ਜਾਓ, ਉਹਦੇ ਕੋਲ ਬੈਠੋ, ਕਿੰਨਾ ਸੁੱਖ ਹੈ, ਕਿੰਨਾ ਆਨੰਦ ਹੈ, ਆਨੰਦ ਹੀ ਆਨੰਦ ਹੈ ਉਹਦੇ ਕੋਲ। ਇਸ ਮਾਇਆ ਦੇ ਘਰ ਦੇ ਵਿੱਚ ਤਾਂ ਦੁੱਖ ਹੀ ਦੁੱਖ ਹੈ, ਅਤੇ ਤੁਸੀਂ ਦੁੱਖ ਕਿਉਂ ਭੋਗਦੇ ਹੋ, ਸੁੱਖ ਦੇ ਘਰ ਦੇ ਵਿੱਚ ਜਾਓ। ਸੋ ਆਪਾਂ ਇਹ ਕੋਸ਼ਿਸ਼ ਕਰਨੀ ਹੈ। ਇਹ ਬੇਨਤੀਆਂ ਨੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ। ਇਹ ਮੌਕਾ ਮਿਲਿਆ ਆਪਾਂ ਨੂੰ, ਵਾਰੀ ਮਿਲੀ ਹੈ, ਇਹਦਾ ਲਾਹਾ ਪ੍ਰਾਪਤ ਕਰੀਏ। ਆਪਣੀ ਅਕਲ ਕਲਾ ਦਾ ਇਸਤੇਮਾਲ ਕਰਨਾ ਸਿੱਖੀਏ। ਛੋਟੀਆਂ ਛੋਟੀਆਂ ਗੱਲਾਂ ਦੇ ਪਿੱਛੇ ਆਪਣਾ ਜਿਹੜਾ ਜੀਵਨ ਹੈ, ਇਹ ਜੀਵਨ ਦਾ ਮਨੋਰਥ ਹੈ, ਉਹਨੂੰ ਨਾ ਭੁੱਲੀਏ। ਛੋਟੇ ਛੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਕੇ ਜਿਹੜਾ ਆਪਣਾ ਮਨੋਰਥ ਹੈ, ਕੇਵਲ ਅਤੇ ਕੇਵਲ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਜੁੜਨਾ, ਉਹਦੇ ਵੱਲ ਆਪਾਂ ਧਿਆਨ ਦਈਏ ਔਰ ਉਹਦੀਆਂ ਗੱਲਾਂ ਦੂਸਰੇ ਦੇ ਨਾਲ ਕਰੀਏ। ਦੂਸਰੇ ਨੂੰ ਉਹਦੇ ਬਾਰੇ ਦੱਸੀਏ, ਜਿਹਨੂੰ ਨਹੀਂ ਪਤਾ ਉਹਨੂੰ ਵੀ ਸਮਝਾਈਏ। ਆਪ ਜਪਦੇ ਹੋਏ, ਦੂਸਰੇ ਨੂੰ ਜਪਾਉਂਦੇ ਹੋਏ, ਇਸ ਮਾਰਗ 'ਤੇ ਚੱਲਦੇ ਆਪਣੇ ਜੀਵਨ ਨੂੰ ਸਫਲ ਕਰੀਏ। ਮਾਰ ਕਹਿੰਦੇ ਨੇ, ਮਾਰਗ ਚਲਤ ਹਰੇ ਹਰ ਗਾਈਏ। ਨਾਲੇ ਚੱਲੀ ਜਾਈਏ, ਨਾਲੇ ਚੱਲਦੇ ਜਾਈਏ, ਦੂਸਰੇ ਨੂੰ ਦੱਸਦੇ ਜਾਈਏ। ਇਹ ਇੱਕ ਮਿਸ਼ਨ ਬਣਾਈਏ ਜੋ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਏ। ਜਿੱਥੇ ਬੈਠੋ ਉਹਦਾ ਸਿਮਰਨ ਕਰੋ, ਦੂਸਰੇ ਨੂੰ ਕਰਾਓ, ਉਹਦਾ ਭੇਦ ਦਿਓ। ਹੌਲੀ ਹੌਲੀ ਇਹ ਜਿਹੜੇ ਜੀਵ ਨੇ ਉਹ ਵੀ ਸਮਝਦੇ ਜਾਣ ਅਤੇ ਉਹਨਾਂ ਨੂੰ ਅਸਲ ਸੁੱਖ ਦੀ, ਅਸਲ ਆਨੰਦ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਏ। ਜਿਸ ਆਨੰਦ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਸਾਨੂੰ ਦੱਸਦੇ ਨੇ, ਜੋ ਆਪਾਂ 6 ਪੌੜੀਆਂ ਸਰਵਣ ਕਰਾਂਗੇ ਵੀ ਕਿਸਾ ਆਨੰਦ ਮਿਲਣ 'ਤੇ ਉਹਨੂੰ ਹੁੰਦਾ ਹੈ। ਸਤਿਗੁਰੂ ਨੂੰ, ਨਿਰੰਕਾਰ ਨੂੰ, ਪਾਰ ਬ੍ਰਹਮ ਦੇ ਦਰਸ਼ਨ ਕਰਨ 'ਤੇ ਕਿਸਾ ਆਨੰਦ ਮਿਲਦਾ ਹੈ, ਉਹ ਆਪਾਂ ਸਰਵਣ ਕਰਦੇ ਹਾਂ। ਆਓ ਸਾਰੇ ਥੋੜ੍ਹਾ ਸਿਮਰਨ ਕਰਕੇ ਮਨ ਨੂੰ ਸਹਿਜ ਵਿੱਚ ਲੈ ਜਾਈਏ। ਜਦੋਂ ਗੁਰਮੁਖ ਆਨੰਦ ਸਾਹਿਬ ਦੇ 6 ਪੌੜੀਆਂ ਪੜ੍ਹਨ, ਉਹ ਨਾਲ ਨਾਲ ਸਾਡੇ ਅੰਦਰ ਉਸੇ ਤਰ੍ਹਾਂ ਹੀ ਉਹ ਮਨ ਉੱਥੇ ਵਾਪਰਦਾ ਜਾਵੇ, ਉਸ ਰੂਪ ਦੇ ਵਿੱਚ ਮਨ ਚਲਾ ਜਾਏ ਸਾਡਾ। ਸੋ ਇੱਥੇ ਹੁਣ ਸਮਾਪਤੀ ਹੈ ਸਾਰੀ ਕਥਾ ਦੀ। ਆਓ ਥੋੜ੍ਹਾ ਸਿਮਰਨ ਕਰਕੇ ਅੰਤਰ ਦਾ ਧਿਆਨ ਲਾਈਏ। ਵਾਹਿਗੁਰੂ
ਵਾਹਿਗੁਰੂ